हाँ जी, गुड ਈਵਨਿੰਗ ਗਾਇਜ਼। ਤੇ ਮਲੂਕਾ ਆਈਏਐਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। As you all know that from last 10-12 days we are conducting current affair classes, especially focusing on PCS 2023. ਸੋ ਅੱਜ ਉਸੇ ਸੀਰੀਜ਼ ਦੇ ਵਿੱਚ ਸਾਡੀ ਅੱਜ ਇਹ 12th ਲੈਕਚਰ ਹੈ ਸਾਡਾ। ਤੇ ਜਿਹੜੇ ਵੀ ਬੱਚੇ ਆਨਲਾਈਨ ਬੈਠੇ ਨੇ ਇੱਕ ਵਾਰੀ ਮੈਸੇਜ ਕਰਕੇ ਦੱਸ ਦਿਓ ਜੀ, ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਹਾਂਜੀ, ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਨਿਰਮਲ ਜੀ। ਤੇ ਗਾਈਜ਼, ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋ, ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਕੱਲ UPSC ਮੇਨਸ ਦਾ ਰਿਜ਼ਲਟ ਡਿਕਲੇਅਰ ਹੋ ਚੁੱਕਿਆ ਤੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਆਪਣਾ ਕਹਿ ਲਓ ਵੀ ਮੇਨਸ ਕੁਆਲੀਫਾਈ ਕਰਕੇ ਉਹ ਉਹਨਾਂ ਨੂੰ ਇੰਟਰਵਿਊ ਦੇ ਲਈ ਹੁਣ ਕਾਲ ਆ ਚੁੱਕੀ ਆ। ਉਹਨਾਂ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ। ਤੇ ਉਹ ਸਾਰੇ ਆਪਣੀ ਮੰਜ਼ਿਲ ਦੇ ਕਹਿ ਲਓ ਵੀ ਇੱਕ ਸਟੈਪ ਹੋਰ ਕਲੋਜ਼ ਪਹੁੰਚ ਚੁੱਕੇ ਨੇ। ਸੋ ਤੁਹਾਡੇ ਸਾਰਿਆਂ ਦੇ ਲਈ ਵੀ ਤੁਹਾਡੀ ਮੰਜ਼ਿਲ ਤਾਂ ਕਲੀਅਰ ਹੈ ਨਾ, ਤੁਸੀਂ ਕਿੱਥੇ ਪਹੁੰਚਣਾ। ਬਿਕੋਜ਼ ਜੇ ਤੁਸੀਂ ਇਹ ਕਲਾਸਿਸ ਲਾ ਰਹੇ ਹੋ, ਕਲਾਸਿਸ ਦੇਖ ਰਹੇ ਹੋ, ਦੈਟ ਮੀਨਸ ਯੂ ਹੈਵ ਅ ਟਾਰਗੇਟ, ਯੂ ਹੈਵ ਅ ਗੋਲ ਇਨ ਯੂਰ ਮਾਈਂਡ ਵੇਅਰ ਯੂ ਆਲ ਵਾਂਟ ਟੂ ਰੀਚ। ਤੇ ਉਸੇ ਉੱਥੇ ਪਹੁੰਚਣ ਦੇ ਲਈ ਅਸੀਂ ਤੁਹਾਡੀ ਹੈਲਪ ਕਰਨ ਦੇ ਲਈ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਜੋ ਹੈਲਪ ਦੀ ਲੋੜ ਆ, ਜੋ ਸਟੱਡੀ ਮਟੀਰੀਅਲ ਦੀ ਲੋੜ ਆ, ਜੋ ਵੀ ਰਿਕੁਆਇਰਡ ਕਿਸੇ ਵੀ ਤਰ੍ਹਾਂ ਦੀ ਹੈਲਪ ਤੁਹਾਨੂੰ ਚਾਹੀਦੀ ਹੈ, ਕੋਈ ਵੀ ਉਹਦੇ ਰਿਗਾਰਡਿੰਗ ਤੁਹਾਡਾ ਇਸ਼ੂ ਹੈ, ਉਹਨੂੰ ਸੋਲਵ ਕਰਨ ਦੇ ਲਈ ਅਸੀਂ ਇੱਥੇ ਬੈਠੇ ਹਾਂ। ਤੇ ਉਸੇ ਚੀਜ਼ ਦੇ ਲਈ ਤੁਹਾਨੂੰ ਇਹ ਕਲਾਸਿਸ ਫ੍ਰੀ ਆਫ ਦਾ ਕਾਸਟ ਪ੍ਰੋਵਾਈਡ ਕਰ ਰਹੇ ਹਾਂ। ਸੋ ਗਾਈਜ਼, ਇਹ ਬਹੁਤ ਹੁਣ ਕਹਿ ਲਓ ਵੀ ਟਾਈਮ ਜਿਹੜੇ ਬੱਚੇ ਹਲੇ ਤੱਕ ਸੀਰੀਅਸ ਨਹੀਂ ਹੋਏ ਆਪਣੀ ਪ੍ਰੈਪਰੇਸ਼ਨ ਨੂੰ ਲੈ ਕੇ, ਬਟ ਉਹ 2023 ਵਾਲਾ PCS ਦਾ ਅਟੈਂਪਟ ਜਾਂ ਕਹਿ ਲਓ UPSC ਦਾ ਅਟੈਂਪਟ ਵੀ ਦੇਣਾ ਚਾਹੁੰਦੇ ਨੇ, ਕਿਉਂਕਿ ਜਿਹੜੀਆਂ ਸਾਡੀਆਂ ਕਰੰਟ ਅਫੇਅਰਸ ਦੀਆਂ ਕਲਾਸਿਸ ਨੇ ਉਹ PCS ਤੇ UPSC ਦੋਨਾਂ ਦੇ ਲਈ ਹੀ ਰੈਲੇਵੈਂਟ ਨੇ। ਤੁਸੀਂ ਇਹ ਨਾ ਸੋਚਿਓ ਕਿ ਜੇ ਅਸੀਂ PCS ਕਹਿ ਕੇ ਚੱਲ ਰਹੇ ਹਾਂ ਤਾਂ ਇਹਦਾ ਮਤਲਬ ਇਹ ਜੇ ਕਰੰਟ ਅਫੇਅਰਸ ਅਸੀਂ ਪੜ੍ਹ ਰਹੇ ਹਾਂ ਇਹ ਸਿਰਫ ਤੇ ਸਿਰਫ PCS ਲਈ ਰੈਲੇਵੈਂਟ ਨੇ। ਨਹੀਂ ਜੀ, ਇਹ UPSC ਲਈ ਵੀ ਓਨੇ ਹੀ ਰੈਲੇਵੈਂਟ ਨੇ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ PCS UPSC ਜਾਂ ਕੋਈ ਵੀ ਸਟੇਟ PCS ਦਾ ਕੋਈ ਸਟੇਟ ਦਾ ਐਗਜ਼ਾਮ ਹੁੰਦਾ, ਉਹਨਾਂ ਸਾਰਿਆਂ ਦੇ ਲਈ ਜੋ ਕਰੰਟ ਅਫੇਅਰਸ ਨੇ ਉਹ ਨੈਸ਼ਨਲ ਜਾਂ ਇੰਟਰਨੈਸ਼ਨਲ ਇੰਪੋਰਟੈਂਸ ਦੇ ਸੇਮ ਹੀ ਹੁੰਦੇ ਨੇ। ਠੀਕ ਹੈ ਜੀ। ਸੋ ਹੁਣ ਤੁਹਾਨੂੰ ਜਿਵੇਂ ਕਹਿ ਲਓ ਵੀ ਉਹ ਟਾਈਮ ਆ ਚੁੱਕਿਆ ਵੀ ਤੁਹਾਨੂੰ ਆਪਣੀ ਪ੍ਰੈਪਰੇਸ਼ਨ ਨੂੰ ਹੋਰ ਜ਼ਿਆਦਾ ਤਕੜੇ ਤਰੀਕੇ ਨਾਲ ਸਟਾਰਟ ਕਰਨ ਦੀ ਲੋੜ ਆ। ਜਿਨ੍ਹਾਂ ਨੇ ਸਟਾਰਟ ਕਰ ਲਿਆ ਉਹਨਾਂ ਨੂੰ ਆਪਣੀ ਪ੍ਰੈਪਰੇਸ਼ਨ ਨੂੰ ਇਸ ਤੋਂ ਅੱਗੇ ਹੋਰ ਵਧੀਆ ਜਿਵੇਂ ਕਹਿ ਲਓ ਦਿਨ ਰਾਤ ਇੱਕ ਕਰਨ ਵਾਲਾ ਟਾਈਮ ਆ ਚੁੱਕਿਆ। ਸੋ ਹੁਣ ਵੇਟ ਨਾ ਕਰੋ PCS ਦੀ ਨੋਟੀਫਿਕੇਸ਼ਨ ਦਾ, ਉਹ ਆਈ ਜਾਣੀ ਆ। ਜੇ 10 ਦਿਨਾਂ ਨੂੰ ਨਹੀਂ 15 ਨੂੰ ਆਜੂ, 15 ਨੂੰ ਨਹੀਂ 20 ਦਿਨਾਂ ਨੂੰ ਆਜੂ। ਠੀਕ ਹੈ ਜੀ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹੀ ਰਿਕੁਐਸਟ ਕਰ ਰਿਹਾ ਕਿ ਜ਼ਰੂਰ ਆਪਣੀ ਤਿਆਰੀ ਹੈ ਜੋ ਉਹਨੂੰ ਹੁਣ ਸੀਰੀਅਸ ਮਾਈਂਡ ਦੇ ਨਾਲ, ਇੱਕ ਫੋਕਸਡ ਮਾਈਂਡ ਦੇ ਨਾਲ ਆਪਣਾ ਪੜ੍ਹਨਾ ਸਟਾਰਟ ਕਰੋ। ਤੇ ਜਿਹੜੇ ਬੱਚੇ ਰੈਗੂਲਰਲੀ ਸਾਡੀਆਂ ਕਲਾਸਿਸ ਦੇਖ ਰਹੇ ਨੇ ਉਹ ਪਤਾ ਹੀ ਆ ਸਾਨੂੰ, ਕਿਉਂਕਿ ਤੁਸੀਂ ਵੀ ਸਾਰੇ ਜਾਣਦੇ ਹੋ ਬਹੁਤ ਬੱਚੇ ਇੱਦਾਂ ਦੇ ਨੇ ਜੋ ਡੇਲੀ ਆਨਸਰਸ ਵੀ ਕਰਦੇ ਨੇ, ਜੋ ਉਹਨਾਂ ਦੇ ਕੋਈ ਕੁਐਸਚਨਸ ਹੁੰਦੇ ਨੇ ਉਹ ਵੀ ਡੇਲੀ ਮੈਸੇਜ ਦੇ ਥਰੂ ਪੁੱਛਦੇ ਨੇ। ਦੈਟ ਮੀਨਸ ਉਹ ਸਾਰੇ ਸੀਰੀਅਸਲੀ ਆਪਣੀ ਤਿਆਰੀ ਦੇ ਲਈ ਲੱਗੇ ਹੋਏ ਨੇ, ਇਹਨਾਂ ਕਲਾਸਿਸ ਨੂੰ ਡੇਲੀ ਬੇਸਿਸ ਤੇ ਦੇਖ ਰਹੇ ਨੇ। ਸੋ ਬਾਕੀ ਸਾਰਿਆਂ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਹੁਣ ਹੋਰ ਜ਼ਿਆਦਾ ਵੇਟ ਨਾ ਕਰੋ, ਆਪਣੀ ਤਿਆਰੀ ਨੂੰ ਇੱਕ ਮਨ ਇਕਜੁੱਟ ਹੋ ਕੇ ਕਹਿ ਲਓ ਆਪਣੀ ਤਿਆਰੀ ਲਈ ਲੱਗ ਜਾਓ ਹੁਣ। ਠੀਕ ਹੈ ਜੀ। ਸੋ ਹਾਂਜੀ ਹਾਂਜੀ, ਵੈਰੀ ਗੁੱਡ ਈਵਨਿੰਗ ਜੀ। ਹਾਂਜੀ ਹਾਂਜੀ, IAS ਦੀ ਤਿਆਰੀ ਵੀ ਪੰਜਾਬੀ 'ਚ ਹੋ ਸਕਦੀ ਹੈ। ਜੇ ਅਸੀਂ PCS ਦੀ ਕਰਵਾ ਰਹੇ ਹਾਂ, IAS ਦੀ ਵੀ ਕਰਵਾ ਸਕਦੇ ਹਾਂ, ਕਿਉਂਕਿ ਜੇ ਆਪਾਂ PCS ਦੇ GS ਸਬਜੈਕਟਸ ਦੀ ਗੱਲ ਕਰਦੇ ਹਾਂ ਤਾਂ ਸੇਮ ਹੀ ਨੇ, ਜੋ UPSC ਦੇ ਨੇ ਉਹੀ PCS ਦੇ ਨੇ। ਠੀਕ ਹੈ ਜੀ। ਤੇ ਪ੍ਰੀ ਵਾਲਾ ਜੋ ਵੀ ਸਾਡਾ ਪੰਜਾਬ ਦੇ ਰਿਲੇਟਡ ਹੋਊ ਜਾਂ ਸਾਡੇ ਕਰੰਟ ਅਫੇਅਰਸ ਨੇ ਉਹ ਵੀ ਤੁਹਾਨੂੰ ਅਸੀਂ ਬਾਈਲਿੰਗੁਅਲੀ ਪ੍ਰੋਵਾਈਡ ਕਰ ਰਹੇ ਹਾਂ, ਇੱਥੇ ਕਲਾਸਿਸ ਲੈ ਰਹੇ ਹਾਂ। ਸੋ IAS ਦੀ ਤਿਆਰੀ ਵੀ ਪੰਜਾਬੀ 'ਚ ਤੁਸੀਂ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਉਹਦੇ 'ਚ ਵੀ ਹੈਲਪ ਕਰਾਂਗੇ। ਚਲੋ ਅੱਜ ਆਪਾਂ ਜੋ ਆਪਣੀ ਅੱਜ ਦੀ ਕਲਾਸ ਹੈ ਉਹਨੂੰ ਸਟਾਰਟ ਕਰਦੇ ਹਾਂ। ਕੁਛ ਬਹੁਤ ਇੰਪੋਰਟੈਂਟ ਟੌਪਿਕਸ ਜੋ ਸਾਡੇ ਕਰੰਟ ਅਫੇਅਰਸ ਦੇ ਵਿੱਚੋਂ ਸਾਡੇ ਪੇਪਰ ਲਈ ਰੈਲੇਵੈਂਟ ਨੇ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਜਿਵੇਂ ਸਾਡਾ ਜੋ ਅੱਜ ਦਾ ਫਸਟ ਟੌਪਿਕ ਹੈ, ਹਾਂਜੀ ਹਾਂਜੀ, ਗੁੱਡ ਈਵਨਿੰਗ ਮਨਦੀਪ ਜੀ, ਗੁੱਡ ਈਵਨਿੰਗ। ਫਸਟ ਟੌਪਿਕ ਸਾਡਾ ਹੈ ਇੰਡੀਆਜ਼ ਕੋਰ ਸੈਕਟਰ ਇੰਡਸਟਰੀਜ਼। ਵੈਰੀ ਇੰਪੋਰਟੈਂਟ। ਕੋਰ ਸੈਕਟਰ, ਜਦੋਂ ਆਪਾਂ ਇਹਦਾ ਨਾਂ ਦੇਖਦੇ ਹਾਂ ਨਾ, ਕੋਰ ਸੈਕਟਰ, ਕੋਰ ਦਾ ਮਤਲਬ ਆਪਾਂ ਨੂੰ ਪਤਾ ਵੀ ਧੁਰਾ ਹੁੰਦਾ ਕਿਸੇ ਚੀਜ਼ ਦਾ, ਹੈ ਨਾ, ਜਿੱਥੋਂ ਕੋਈ ਚੀਜ਼ ਚੱਲਦੀ ਆ। ਧਰਤੀ ਦਾ ਧੁਰਾ ਕਹਿ ਲਈਏ ਜਿਹਨੂੰ ਆਪਾਂ
ਕੋਰ ਆਫ ਅਰਥ ਕਹਿ ਦਿੰਦੇ ਆ। ਉਸੇ ਤਰ੍ਹਾਂ ਸਾਡੀ ਇਕਨੋਮੀ ਦਾ ਇੱਕ ਧੁਰਾ ਹੈ, ਉਹਨਾਂ ਦੀ ਕੋਰ ਹੈ, ਉਹਨੂੰ ਆਪਾਂ ਕਹਿੰਦੇ ਆ ਕੋਰ ਸੈਕਟਰ ਇੰਡਸਟਰੀਜ਼। ਕੋਰ ਸੈਕਟਰ ਇੰਡਸਟਰੀਜ਼ ਹੈ ਕੀ ਨੇ, ਉਹ ਨਿਊਜ਼ ਦੇ ਵਿੱਚ ਕਿਉਂ ਨੇ, ਸਾਡੇ ਲਈ ਉਹਨਾਂ ਬਾਰੇ ਪੜ੍ਹਨਾ ਕਿਉਂ ਜ਼ਰੂਰੀ ਹੈ, ਕਿਹੜੇ ਕਿਹੜੇ ਇੰਪੋਰਟੈਂਟ ਫੈਕਟਸ ਨੇ ਜਿਹੜੇ ਸਾਨੂੰ ਸਾਡੇ ਪੇਪਰ ਲਈ ਇਹਨਾਂ ਕੋਰ ਸੈਕਟਰ ਇੰਡਸਟਰੀਜ਼ ਦੇ ਬਾਰੇ ਧਿਆਨ 'ਚ ਰੱਖਣ ਦੀ ਲੋੜ ਆ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਫਸਟਲੀ ਜਿਵੇਂ ਆਪਾਂ ਜਦੋਂ ਤੋਂ ਆਪਣੀਆਂ ਕਲਾਸਿਸ ਚੱਲੀਆਂ ਨੇ ਉਸ ਤੋਂ ਆਪਾਂ ਜਿਵੇਂ ਕਹਿ ਲਓ ਵੀ ਇੱਕ ਸਿਸਟਮ ਫੋਲੋ ਕਰ ਰਹੇ ਹਾਂ ਕਿ ਕੋਈ ਵੀ ਨਿਊਜ਼ ਆ ਉਹ ਨਿਊਜ਼ ਦੇ ਵਿੱਚ ਕਿਉਂ ਆ, ਵਾਈ ਇਨ ਨਿਊਜ਼, ਵਟ ਉਹ ਕਾਹਦੇ ਬਾਰੇ ਹੈ, ਕਿੱਥੇ ਹੈ, ਕਿਵੇਂ ਹੈ, ਹੈ ਨਾ, ਕਿਉਂ ਹੈ, ਉਹ ਸਭ ਚੀਜ਼ਾਂ ਆਪਾਂ ਕਰ ਰਹੇ ਹਾਂ। ਉਸੇ ਤਰ੍ਹਾਂ ਵਾਈ ਇਨ ਨਿਊਜ਼, ਕੋਰ ਸੈਕਟਰ ਇੰਡਸਟਰੀਜ਼ ਨਿਊਜ਼ ਦੇ ਵਿੱਚ ਕਿਉਂ ਨੇ। ਇੰਡੀਆਜ਼ ਕੋਰ ਸੈਕਟਰ ਗਰੋਥ slows to 20-month low of 0.1% in October 2022। 2022 ਅਕਤੂਬਰ ਦੇ ਵਿੱਚ ਕੋਰ ਸੈਕਟਰ ਇੰਡਸਟਰੀਜ਼ ਦਾ ਜੋ ਗਰੋਥ ਰੇਟ ਆ ਨਾ, ਉਹ ਪਿਛਲੇ 20 ਮਹੀਨਿਆਂ ਦਾ ਸਭ ਤੋਂ ਘੱਟ ਗਰੋਥ ਰੇਟ ਦੇਖਿਆ ਗਿਆ। ਕਿੰਨਾ ਗਰੋਥ ਰੇਟ ਸੀ? 0.1। ਇਹ ਸਾਡੇ ਲਈ ਬਹੁਤ ਰੈਲੇਵੈਂਟ ਨਹੀਂ ਹੈ ਕਿਉਂਕਿ ਇਹ ਹਰ ਮਹੀਨੇ ਚੇਂਜ ਹੁੰਦਾ ਰਹਿੰਦਾ। ਸਾਡੇ ਲਈ ਇੰਪੋਰਟੈਂਟ ਹੈ ਕੋਰ ਸੈਕਟਰ ਇੰਡਸਟਰੀਜ਼ ਹੈ ਕੀ ਨੇ, ਉਹ ਆਪਾਂ ਹੁਣ ਕਰਾਂਗੇ, ਜਾਂ ਕਿਹੜੀਆਂ ਇੰਡਸਟਰੀਜ਼ ਨੇ ਜਿਨ੍ਹਾਂ ਨੂੰ ਅਸੀਂ ਕੋਰ ਸੈਕਟਰ ਦਾ ਪਾਰਟ ਮੰਨਦੇ ਹਾਂ। ਓਕੇ, ਸੋ ਨੈਕਸਟ ਇਜ਼ ਵਾਟ ਆਰ ਕੋਰ ਸੈਕਟਰ ਇੰਡਸਟਰੀਜ਼। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਰ ਦਾ ਮਤਲਬ ਹੁੰਦਾ ਧੁਰਾ, ਕਿਸੇ ਚੀਜ਼ ਦਾ ਬੇਸਿਸ, ਜਿਹਦੇ ਤੋਂ ਕੋਈ ਚੀਜ਼ ਚੱਲੀ ਆ, ਜਿਹਦੇ ਤੋਂ ਕੋਈ ਚੀਜ਼ ਸ਼ੁਰੂ ਹੁੰਦੀ ਆ, ਤਾਂ ਆਪਾਂ ਮੰਨ ਸਕਦੇ ਹਾਂ ਕਿ ਬਹੁਤ ਜ਼ਰੂਰੀ ਨੇ, ਕੀ ਇੰਡਸਟਰੀਜ਼ ਨੇ। ਥੀਸ ਆਰ ਦਾ ਮੇਨ ਕੀ ਇੰਡਸਟਰੀਜ਼ ਆਫ ਐਨ ਇਕੋਨਮੀ, ਕਿਸੇ ਵੀ ਇਕੋਨਮੀ ਦੀਆਂ ਕੀ ਇੰਡਸਟਰੀਜ਼ ਨੇ। ਤੇ ਜੇ ਆਪਾਂ ਇੰਡੀਆ ਦੇ ਕੋਰ ਸੈਕਟਰ ਦੀ ਗੱਲ ਕਰਦੇ ਹਾਂ ਵੀ ਉਹਦੇ 'ਚ ਕਿਹੜੀਆਂ ਇੰਡਸਟਰੀਜ਼ ਇਨਕਲੂਡਡ ਨੇ, ਸਭ ਤੋਂ ਇਹ ਬਹੁਤ ਇੰਪੋਰਟੈਂਟ ਆ, 8 ਇੰਡਸਟਰੀਜ਼ ਨੇ, ਤੁਹਾਨੂੰ ਇਹ ਯਾਦ ਹੋਣੀਆਂ ਚਾਹੀਦੀਆਂ ਨੇ, ਪੁੱਛੀਆਂ ਜਾਂਦੀਆਂ ਨੇ ਪ੍ਰੀ ਦੇ ਵਿੱਚ ਵੀ, ਇਹਨਾਂ ਦੇ ਵਿੱਚੋਂ ਕਿਹੜੀਆਂ ਕੋਰ ਸੈਕਟਰ ਦਾ ਪਾਰਟ ਹੈ। ਫਸਟ ਜਿਵੇਂ ਹੋ ਗਿਆ ਕੋਲ, ਕ੍ਰੂਡ ਆਇਲ, ਨੈਚੁਰਲ ਗੈਸ, ਰਿਫਾਈਨਰੀ ਪ੍ਰੋਡਕਟਸ, ਫਰਟੀਲਾਈਜ਼ਰਸ, ਸਟੀਲ, ਸੀਮੈਂਟ ਐਂਡ ਇਲੈਕਟ੍ਰੀਸਿਟੀ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਆਪਾਂ ਨੂੰ ਪਤਾ ਵੀ ਇਹ ਜੋ ਆਪਾਂ ਪੜ੍ਹਦੇ ਹਾਂ ਕੋਲ ਸਾਡੇ ਲਈ ਬਹੁਤ ਇੰਪੋਰਟੈਂਟ ਆ, ਕਿਉਂਕਿ ਬਹੁਤ ਸਾਡੇ ਜੋ ਇੰਡਸਟਰੀਜ਼ ਨੇ ਉਹ ਕੋਲ ਪਾਵਰਡ ਨੇਗੀਆਂ, ਤਾਂ ਉਹ ਇੱਕ ਕੋਰ ਸੈਕਟਰ ਹੋਊਗਾ ਹੀ ਹੋਊਗਾ। ਉਸੇ ਤਰ੍ਹਾਂ ਕ੍ਰੂਡ ਆਇਲ, ਕਿਉਂਕਿ ਜੇ ਅਸੀਂ ਸਾਡੀ ਇਕੋਨਮੀ ਦੀ ਗੱਲ ਕਰੀਏ ਜਾਂ ਸਾਡੀ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਉਹਦੇ ਲਈ ਤੇ ਬਹੁਤ ਸਾਰੀਆਂ ਇੰਡਸਟਰੀਜ਼ ਦੇ ਲਈ ਜਿਹੜਾ ਫਿਊਲ ਹੈ ਉਹ ਕ੍ਰੂਡ ਆਇਲ ਤੋਂ ਵੀ ਬਣਾਇਆ ਜਾਂਦਾ। ਫਿਰ ਨੈਚੁਰਲ ਗੈਸ, ਫਿਰ ਰਿਫਾਈਨਰੀ ਪ੍ਰੋਡਕਟਸ ਹੋ ਗਏ, ਕਿਉਂਕਿ ਸਾਡੀ ਇਕੋਨਮੀ ਦਾ ਇੱਕ ਬਹੁਤ ਵੱਡਾ ਅਸੀਂ ਐਕਸਪੋਰਟ ਕਰਦੇ ਹਾਂ ਜਿਹੜੇ, ਉਹ ਸਾਡੇ ਜੋ ਅਸੀਂ ਕੁਝ ਪ੍ਰੋਡਕਟਸ ਨੂੰ ਰਿਫਾਈਨ ਕਰਕੇ ਬਾਹਰਲੀਆਂ ਕੰਟਰੀਜ਼ ਦੇ ਵਿੱਚ ਭੇਜਦੇ ਹਾਂ, ਉਹ ਵੀ ਸਾਡੀ ਇਕੋਨਮੀ ਦਾ ਬਹੁਤ ਵੱਡਾ ਸਾਡੇ ਐਕਸਪੋਰਟਸ ਦਾ ਮੇਨ ਪਾਰਟ ਹੈ। ਦੈਨ ਫਰਟੀਲਾਈਜ਼ਰ ਇੰਡਸਟਰੀ, ਕਿਉਂਕਿ ਸਾਨੂੰ ਪਤਾ ਵੀ ਅਸੀਂ ਐਗਰੀਕਲਚਰ ਪ੍ਰਧਾਨ ਅਸੀਂ ਇੱਕ ਸਟੇਟ ਆ, ਜਾਂ ਪੂਰਾ ਜੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਐਗਰੀਕਲਚਰ ਇੱਕ ਬਹੁਤ ਵੱਡਾ ਸੈਕਟਰ ਆ। ਅਰਾਊਂਡ 50% ਜੋ ਸਾਡੀ ਪੋਪੂਲੇਸ਼ਨ ਆ ਉਹਨੂੰ ਇੰਪਲੋਇਮੈਂਟ ਡਾਇਰੈਕਟਲੀ ਪ੍ਰੋਵਾਈਡ ਕਰਦਾ ਐਗਰੀਕਲਚਰ, ਸੋ ਸਾਡੀ ਇਕੋਨਮੀ ਦਾ ਇੱਕ ਬਹੁਤ ਜ਼ਰੂਰੀ ਇੱਕ ਸੈਗਮੈਂਟ ਆ। ਸੋ ਫਰਟੀਲਾਈਜ਼ਰਸ ਵੀ ਸਾਡੀ ਕੋਰ ਸੈਕਟਰ ਇੰਡਸਟਰੀ ਦਾ ਪਾਰਟ ਹੈ। ਸਟੀਲ, ਸੀਮੈਂਟ, ਕੰਸਟਰਕਸ਼ਨ ਐਕਟੀਵਿਟੀ ਦੇ ਲਈ ਬਹੁਤ ਜ਼ਰੂਰੀ ਹੈ ਇਹ। ਤੇ ਦੈਨ ਇਲੈਕਟ੍ਰੀਸਿਟੀ ਦਾ ਹੈਗੀ ਆ, ਠੀਕ ਹੈ ਜੀ, ਇਹ ਕੋਰ ਸੈਕਟਰ ਇੰਡਸਟਰੀਜ਼ ਨੇ। ਤੇ ਜਦੋਂ ਆਪਾਂ ਕਈ ਵਾਰੀ ਨਾ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਵੀ ਕਿਹੜੀਆਂ ਹੈ, ਕਿਹੜੀਆਂ ਨਹੀਂ ਹੈ, ਬਟ ਜੇ ਆਪਾਂ ਥੋੜਾ ਜਿਹਾ ਦਿਮਾਗ ਲਾਵਾਂਗੇ ਅਸੀਂ ਸੋਚਾਂਗੇ ਵੀ ਕਿਹੜੀਆਂ ਇੰਡਸਟਰੀਜ਼ ਨੇ ਜਿਹੜੀਆਂ ਸਾਡੀ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਜਿਨ੍ਹਾਂ ਦੇ ਬਿਨਾਂ ਸਾਡੀ ਇਕੋਨਮੀ ਨਹੀਂ ਚੱਲ ਸਕਦੀ, ਉਹ ਇੰਡਸਟਰੀਜ਼ ਨੇ ਜਿਹੜੀਆਂ ਉਹ ਕੋਰ ਸੈਕਟਰ ਦਾ ਪਾਰਟ ਹੋਣਗੀਆਂ। ਤਾਂ ਫਿਰ ਅਸੀਂ ਥੋੜਾ ਬਹੁਤ ਆਪਸ਼ਨਸ ਤੋਂ ਵੀ ਗੈਸ ਕਰ ਸਕਦੇ ਹਾਂ ਜੇ ਸਾਨੂੰ ਨਹੀਂ ਪਤਾ, ਠੀਕ ਹੈ ਜੀ। ਨੈਕਸਟ ਸਾਡੇ ਕੋਲ ਜਿੱਦਾਂ ਹੁਣ ਮੈਂ ਡੇਟਾ ਦੀ ਗੱਲ ਕੀਤੀ ਸੀ ਰੀਸੈਂਟਲੀ, ਜੋ ਅੱਜ ਦੇ ਤੇ ਜੋ ਇੰਡਸਟਰੀਜ਼ ਨੇ ਉਹਨਾਂ ਦੀ ਸਾਰਿਆਂ ਦੀ ਦੱਸੀ ਹੈ ਵੀ ਕਿਹੜਾ ਗਰੋਥ ਹੋ ਰਹੀ ਆ, ਕਿਹਦੇ 'ਚ ਘੱਟ ਹੋਇਆ, ਡਿਕਲਾਈਨ ਹੋਇਆ, ਕਿਹੜਾ ਐਕਸਪੈਂਡ ਕਰ ਰਿਹਾ, ਠੀਕ ਹੈ ਜੀ। ਇਹ ਸਾਰਾ ਜੋ ਇੱਕ ਰਿਪੋਰਟ ਸੀ ਉਹਦੇ ਅਕੋਰਡਿੰਗ ਹੈ। ਫਿਰ ਆਪਾਂ ਗੱਲ ਕਰੀਏ ਵੀ ਇੰਪੋਰਟੈਂਟ ਇੱਕ ਫੈਕਟ ਹੈ ਕਿ ਜਦੋਂ ਆਪਾਂ ਕੋਰ ਸੈਕਟਰ ਇੰਡਸਟਰੀਜ਼ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੇਟੇਜ ਕਿਹੜੀ ਇੰਡਸਟਰੀ ਨੂੰ ਆ, ਸਭ ਤੋਂ ਜ਼ਿਆਦਾ ਉਹਨਾਂ 'ਚੋਂ ਇੰਪੋਰਟੈਂਟ ਸਾਡੇ ਲਈ ਕਿਹੜੀ ਆ, ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਇੰਪੋਰਟੈਂਸ ਦੇ ਉੱਪਰ ਬੇਸਡ ਉਹਨਾਂ ਨੂੰ ਵੇਟੇਜ ਦਿੱਤੀ ਗਈ ਆ। ਸੋ ਉਹ ਵੇਟੇਜ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਹੜੀ ਇੰਡਸਟਰੀ ਹੈ, ਉਸ ਤੋਂ ਘੱਟ ਕਿਹੜੀ ਹੈ, ਸਭ ਤੋਂ ਘੱਟ ਕੋਰ ਸੈਕਟਰ ਦੇ ਵਿੱਚੋਂ ਕਿਹੜੀ ਇੰਪੋਰਟੈਂਟ ਹੈ। ਇਹ ਕੁਐਸਚਨ UPSC 2017 'ਚ ਪੁੱਛਿਆ ਗਿਆ ਸੀ। ਉੱਥੇ ਉਹਨਾਂ ਨੇ 4 ਇੰਡਸਟਰੀਜ਼ ਦਾ ਨਾਮ ਦਿੱਤਾ ਸੀ ਤੇ ਉਹਨਾਂ ਨੂੰ ਆਪਾਂ ਉਹਨਾਂ ਦੀ ਵੇਟੇਜ ਦੇ ਅਕੋਰਡਿੰਗ ਅਰੇਂਜ ਕਰਨਾ ਸੀ ਫਰੋਮ ਹਾਇਰ ਟੂ ਲੋਅਰ ਆਰਡਰ, ਠੀਕ ਹੈ ਜੀ। ਤੇ ਜੇ ਹੁਣ ਆਪਾਂ ਇੱਥੇ ਗੱਲ ਕਰੀਏ ਕਿਹੜੀਆਂ ਜਦੋਂ ਆਪਾਂ ਵੇਟੇਜ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਵੇਟੇਜ ਕਿਹਨੂੰ ਦਿੱਤੀ ਹੈ, ਸਭ ਤੋਂ ਜ਼ਿਆਦਾ ਵੇਟੇਜ ਹੈ ਜੀ ਰਿਫਾਈਨਰੀ ਪ੍ਰੋਡਕਟਸ, ਠੀਕ ਹੈ ਜੀ। ਸੈਕੰਡ ਵਨ ਇਜ਼ ਇਲੈਕਟ੍ਰੀਸਿਟੀ, ਦੈਨ ਸਟੀਲ, ਦੈਨ ਕੋਲ, ਦੈਨ ਕ੍ਰੂਡ ਆਇਲ, ਨੈਚੁਰਲ ਗੈਸ, ਸੀਮੈਂਟ ਐਂਡ ਫਰਟੀਲਾਈਜ਼ਰ। ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। RES ਆਪਾਂ ਰੈਸਟ ਪੜ੍ਹਦੇ ਹਾਂ ਨਾ, RES ਇੱਥੇ C ਕਰ ਲਓ, T ਦੀ ਜਗ੍ਹਾ C ਕਰ ਲਓ, ਠੀਕ ਹੈ ਜੀ। RES ਇਹ ਹੋ ਗਿਆ। ਫਿਰ ਆਪਾਂ
CNC, ਆਪਾਂ CNG ਗੈਸ ਤਾਂ ਸਾਰੇ ਹੀ ਪੜ੍ਹਦੇ ਆ, ਰੈਸਟ ਦਾ ਬਣ ਗਿਆ RESC, CNG ਤੋਂ ਬਣ ਗਿਆ CNC ਪਲੱਸ F ਫਰਟੀਲਾਈਜ਼ਰਸ, ਲਾਸਟ ਤੇ ਜੋ ਬਚਿਆ ਫਰਟੀਲਾਈਜ਼ਰਸ। R ਤੋਂ ਰਿਫਾਈਨਰੀ ਪ੍ਰੋਡਕਟਸ, ਇਲੈਕਟ੍ਰਿਸਿਟੀ, ਸਟੀਲ, ਕੋਲ। ਜਦੋਂ ਆਪਾਂ 3 C's ਦੀ ਗੱਲ ਕਰਦੇ ਨਾ, ਉਹਦੇ ਚੋਂ ਜ਼ਿਆਦਾ ਇੰਪੋਰਟੈਂਟ ਸਾਡੇ ਲਈ ਕੋਲ ਆ, ਕੋਲ, ਕ੍ਰੂਡ ਆਇਲ ਤੇ ਸੀਮੈਂਟ। ਉਹਨਾਂ ਤਿੰਨਾਂ ਚੋਂ ਸਾਡੇ ਲਈ ਜ਼ਿਆਦਾ ਰੈਲੇਵੈਂਟ ਕੋਲ ਆ, ਠੀਕ ਹੈ ਜੀ। ਤਾਂ ਉਹ C ਪਹਿਲੇ ਨੰਬਰ ਤੇ ਕੋਲ ਆ ਗਿਆ, ਦੈਨ CNG ਦੀ ਜਗ੍ਹਾ ਤੇ CNC, ਦੈਨ ਆਪਣੇ ਕੋਲ ਆ ਗਿਆ ਕ੍ਰੂਡ ਆਇਲ, ਦੈਨ ਨੈਚੁਰਲ ਗੈਸ, ਦੈਨ ਸੀਮੈਂਟ ਐਂਡ ਲਾਸਟ ਤੇ ਫਰਟੀਲਾਈਜ਼ਰ, ਠੀਕ ਹੈ ਜੀ। ਇਸ ਤਰੀਕੇ ਨਾਲ ਵੀ ਤੁਸੀਂ ਯਾਦ ਕਰ ਸਕਦੇ ਹੋ ਇਹਨੂੰ। ਸਰ PDF ਵੀ ਅਪਲੋਡ ਕਰ ਦਿਆ ਕਰੋ। ਹਾਂਜੀ ਹਾਂਜੀ ਰਮਨ ਜੀ, PDF ਅਪਲੋਡ ਕਰ ਰਹੇ ਆ। ਉਹ ਜੇ ਟੈਲੀਗ੍ਰਾਮ ਤੇ ਤੁਹਾਨੂੰ ਰੈਗੂਲਰਲੀ ਨਹੀਂ ਮਿਲ ਰਹੀ ਤਾਂ ਤੁਸੀਂ ਐਪ ਤੇ ਜਾ ਸਕਦੇ ਹੋ, ਬਾਕੀ ਟੈਲੀਗ੍ਰਾਮ ਤੇ ਵੀ ਆਪਾਂ ਡੇਲੀ ਉਹਨੂੰ ਅਪਲੋਡ ਕਰਨ ਦੀ ਹੁਣ ਤੋਂ ਰੈਗੂਲਰਲੀ ਕਰਿਆ ਕਰਾਂਗੇ। ਤੇ ਹਲੇ ਤੱਕ ਜੇ ਜਿੰਨੀਆਂ ਵੀ ਕਲਾਸਿਸ ਹੋਈਆਂ ਨੇ ਉਹ ਸਾਨੂੰ ਜੋ ਮਲੂਕਾ IAS ਦੀ ਐਪ ਆ ਉਹਦੇ ਤੇ ਸਾਰੀਆਂ ਮਿਲ ਜਾਣਗੀਆਂ। ਬਾਕੀ ਆਪਾਂ ਗੱਲ ਕਰਾਂਗੇ ਟੈਲੀਗ੍ਰਾਮ ਪੇਜ ਤੇ ਵੀ PDFs ਨੂੰ ਅਪਲੋਡ ਕਰਵਾ ਦਿਆ ਕਰਾਂਗੇ, ਠੀਕ ਹੈ ਜੀ। ਇਹ ਇਹਨਾਂ ਦਾ ਵੇਟੇਜ ਦੇ ਅਕੋਰਡਿੰਗ ਹੋ ਗਿਆ। ਵੈਰੀ ਇੰਪੋਰਟੈਂਟ ਹੈ, ਆਰਡਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ UPSC 'ਚ ਪੁੱਛਿਆ ਜਾ ਚੁੱਕਿਆ ਤੇ ਸਟੇਟ PCS ਦੇ ਵਿੱਚ ਵੀ ਇਹ ਪੁੱਛਿਆ ਜਾ ਸਕਦਾ। ਤੇ ਕਿਉਂ ਇੰਪੋਰਟੈਂਟ ਕਿਉਂਕਿ ਹਰ ਮਹੀਨੇ ਇਹਨਾਂ ਦਾ ਜੋ ਇੰਡੈਕਸ ਆ ਉਹ ਪਬਲਿਸ਼ ਹੁੰਦਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜੋ ਸੈਕਟਰ ਆ ਨਾ ਇਹ ਥਰੂ ਆਊਟ ਦਾ ਈਅਰ ਨਿਊਜ਼ ਦੇ ਵਿੱਚ ਰਹਿੰਦਾ। ਸੋ ਇਹਦੇ 'ਚੋਂ ਕੁਐਸਚਨ ਪੁੱਛਿਆ ਜਾਣਾ ਪੋਸੀਬਲ ਹੈ। ਦੈਨ ਜੋ ਇੰਪੋਰਟੈਂਟ ਇੱਕ ਹੋਰ ਫੈਕਟ ਹੈ ਸਾਡੇ ਲਈ, ਉਹ ਕੀ ਹੈ? ਨਵਜੋਤ ਕੌਰ ਜੀ, ਬਹੁਤ ਵਧੀਆ ਤਿਆਰੀ ਹੋ ਰਹੀ ਹੈ ਸਰ, ਪਹਿਲਾਂ PC। ਹਾਂਜੀ ਥੈਂਕ ਯੂ ਨਵਜੋਤ ਜੀ। ਜਦੋਂ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਨਾ, ਠੀਕ ਹੈ, ਜਿਵੇਂ ਆਪਾਂ ਕਹਿੰਦੇ ਆ ਵੀ ਜਦੋਂ ਅਸੀਂ ਕਿਸੇ ਦੂਰ ਮੰਜ਼ਿਲ ਤੇ ਜਾਣਾ ਹੋਵੇ ਤਾਂ ਸਾਨੂੰ ਟਾਈਮ ਜ਼ਰੂਰ ਲੱਗਦਾ, ਸਾਨੂੰ ਕਈ ਵਾਰੀ ਉਹ ਰਸਤਾ ਵੀ ਡਿਫੀਕਲਟ ਲੱਗਦਾ, ਬਟ ਜਦੋਂ ਅਸੀਂ ਉਹ ਰਸਤੇ ਤੇ ਤੁਰਦੇ ਹਾਂ, ਇੱਕ ਮਨ ਬਣਾ ਕੇ ਤੁਰਦੇ ਹਾਂ, ਤਾਂ ਫਿਰ ਉਹ ਮੰਜ਼ਿਲ ਤੇ ਪਹੁੰਚਣਾ ਕੋਈ ਬਹੁਤ ਮੁਸ਼ਕਿਲ ਨਹੀਂ ਹੁੰਦਾ। ਸੋ ਜਿਹੋ ਜੀ ਵੀ ਤੁਹਾਨੂੰ ਹੈਲਪ ਦੀ ਲੋੜ ਹੋਊ ਅਸੀਂ ਇੱਥੇ ਤੁਹਾਨੂੰ ਪ੍ਰੋਵਾਈਡ ਕਰਾਂਗੇ। ਬਸ ਤੁਸੀਂ ਜਿਵੇਂ ਕਹਿ ਲਓ ਵੀ ਆਪਣੀ ਤਿਆਰੀ ਇੱਕ ਫੋਕਸਡ ਮਾਈਂਡ ਦੇ ਨਾਲ ਕਰਦੇ ਰਹੋ। ਦੈਨ ਆਪਾਂ ਗੱਲ ਕਰੀਏ, ਜਦੋਂ ਕੋਈ ਵੀ ਇੰਡੈਕਸ ਆ ਕਿਸੇ ਵੀ ਸੈਕਟਰ ਦਾ, ਉਹਨੂੰ ਕੋਈ ਨਾ ਕੋਈ ਬੋਡੀ ਪਬਲਿਸ਼ ਕਰ ਰਹੀ ਹੋ, ਉਹ ਬੋਡੀ ਕਿਹੜੀ ਪਬਲਿਸ਼ ਕਰ ਰਹੀ ਹੈ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਇਹ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਹੂ ਪਬਲਿਸ਼ਿਜ਼ ਦਾ ਇੰਡੈਕਸ ਆਫ ਕੋਰ ਸੈਕਟਰ ਇੰਡਸਟਰੀਜ਼। ਇਹਨਾਂ ਨੂੰ ਪਬਲਿਸ਼ ਕੌਣ ਕਰਦਾ ਜੀ? ਇਟ ਇਜ਼ ਪਬਲਿਸ਼ਡ ਬਾਏ ਆਫਿਸ ਆਫ ਇਕਨੋਮਿਕ ਐਡਵਾਈਜ਼ਰ। ਵੈਰੀ ਇੰਪੋਰਟੈਂਟ, ਇਹ ਸਿੱਧਾ ਹੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੋਰ ਸੈਕਟਰ ਇੰਡਸਟਰੀਜ਼ ਨੂੰ ਕੌਣ ਪਬਲਿਸ਼ ਕਰਦਾ? ਇਟ ਇਜ਼ ਪਬਲਿਸ਼ਡ ਬਾਏ ਆਫਿਸ ਆਫ ਇਕਨੋਮਿਕ ਐਡਵਾਈਜ਼ਰ, ਜੋ ਆਫਿਸ ਹੈ ਕਿਹਦੇ ਅੰਡਰ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਠੀਕ ਹੈ ਜੀ, DPIIT, ਉਹਦੇ ਅੰਡਰ ਇੱਕ ਡਿਪਾਰਟਮੈਂਟ ਆ। ਤੇ ਅੱਗੇ ਜੇ DPIIT ਦੀ ਗੱਲ ਕਰੀਏ ਤਾਂ DPIIT ਇਜ਼ ਅੰਡਰ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ। ਇਹ ਤਿੰਨੋਂ ਫੈਕਟ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਕਿਹੜੀ ਬੋਡੀ ਪਬਲਿਸ਼ ਕਰਦੀ ਆ, ਉਹ ਕਿਹੜੀ ਮਿਨਿਸਟਰੀ ਦੇ ਅੰਡਰ ਆ। DPIIT ਵੀ ਸਾਡੇ ਲਈ ਬਹੁਤ ਇੰਪੋਰਟੈਂਟ ਆ, ਤਾਂ ਕਰਕੇ ਇਹਦਾ ਨਾਮ ਵੀ ਇੱਥੇ ਲਿਖਿਆ, ਠੀਕ ਹੈ ਜੀ। ਦੈਨ ਫਿਰ ਆਪਾਂ ਜਦੋਂ ਵੀ ਕੋਈ ਇੰਡੈਕਸ ਆਪਾਂ ਦੇਖਦੇ ਹਾਂ ਉਹਦਾ ਕੋਈ ਨਾ ਕੋਈ ਬੇਸ ਈਅਰ ਹੁੰਦਾ। ਬੇਸ ਈਅਰ ਦਾ ਮਤਲਬ ਹੁੰਦਾ ਵੀ ਕਿਹੜੇ ਸਾਲ ਦੀਆਂ ਵੈਲਿਊਜ਼ ਦੇ ਕੰਪੈਰੇਟਿਵਲੀ ਆਪਾਂ ਸਾਡੀਆਂ ਅੱਜ ਦੀਆਂ ਵੈਲਿਊਜ਼ ਨੂੰ ਦੇਖ ਰਹੇ ਹਾਂ, ਠੀਕ ਹੈ ਜੀ। ਮਤਲਬ ਜੇ ਆਪਾਂ ਇੱਥੇ ਗੱਲ ਕਰੀਏ ਕੋਰ ਸੈਕਟਰ ਇੰਡਸਟਰੀਜ਼ ਦਾ ਜੋ ਬੇਸ ਈਅਰ ਆ ਉਹ ਪ੍ਰੈਜ਼ੈਂਟਲੀ ਹੈ 2011-12। ਮਤਲਬ ਆਪਾਂ 2022-23 ਦੀ ਗੱਲ ਕਰੀਏ ਵੀ ਉਹਦੇ 'ਚ ਗਰੋਥ ਹੋਈ ਆ ਕਿ ਡਿਕਲਾਈਨ ਹੋਇਆ, ਉਹ ਆਪਾਂ ਕੰਪੈਰੇਟਿਵਲੀ ਦੇਖਾਂਗੇ। ਜਦੋਂ ਆਪਾਂ ਪੂਰੇ ਈਅਰ ਦੀ ਗੱਲ ਕਰਦੇ ਹਾਂ ਤਾਂ ਉਹ ਬੇਸ ਈਅਰ ਹੈ 2011-12। 2011-12 ਦੀ ਜੋ ਵੈਲਿਊਜ਼ ਨੇ, 2011-12 'ਚ ਕੋਰ ਸੈਕਟਰ ਇੰਡਸਟਰੀਜ਼ ਦੀ ਜੋ ਗਰੋਥ ਰੇਟ ਦੀ ਵੈਲਿਊ ਸੀ ਉਹਦੇ ਨਾਲ ਕੰਪੇਅਰ ਕਰਕੇ ਅਸੀਂ ਜੋ ਸਾਡੀ ਅੱਜ ਦੀ ਵੈਲਿਊ ਆ ਉਹਨੂੰ ਦੇਖਾਂਗੇ, ਠੀਕ ਹੈ ਜੀ। ਉਹ ਹੁੰਦਾ ਬੇਸ ਈਅਰ, ਬਹੁਤ ਇੰਪੋਰਟੈਂਟ ਹੈ। ਦੈਨ ਆਪਾਂ ਗੱਲ ਕਰਦੇ ਹਾਂ ਜੋ ਕੋਰ ਸੈਕਟਰ ਇੰਡਸਟਰੀਜ਼ ਨੇ ਨਾ, ਇਹਨਾਂ ਦਾ ਇੰਡੈਕਸ ਅਲੱਗ ਤੋਂ ਵੀ ਪਬਲਿਸ਼ ਹੁੰਦਾ, ਪਲੱਸ ਇਹ ਜੋ ਕੋਰ ਸੈਕਟਰ ਇੰਡਸਟਰੀਜ਼ ਨੇ ਇਹ ਜਦੋਂ ਆਪਾਂ ਓਵਰਆਲ ਇੰਡਸਟਰੀ ਦੀ ਗੱਲ ਕਰਦੇ ਹਾਂ ਜਿਹਨੂੰ ਆਪਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਕਹਿੰਦੇ ਆ, IIP, ਕਿਉਂਕਿ ਕੋਈ ਵੀ ਇੰਡਸਟਰੀ ਆ IIP ਦੇ ਵਿੱਚ ਦਾ ਪਾਰਟ ਤਾਂ ਹੋਊਗੀ ਹੈ ਨਾ, ਉਹ ਚਾਹੇ ਕੋਰ ਸੈਕਟਰ ਆ ਚਾਹੇ ਨਾਨ ਕੋਰ ਸੈਕਟਰ ਆ, ਠੀਕ ਹੈ ਜੀ। IIP ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ, ਇਹ ਇੱਕ ਅਲੱਗ ਤੋਂ ਇੰਡੈਕਸ ਆ, ਇਹਦਾ ਵੀ ਪਾਰਟ ਆ ਇਹ, ਕਿਉਂਕਿ ਹੈ ਤਾਂ ਇੰਡਸਟਰੀਜ਼ ਨਾ, ਕੋਰ ਸੈਕਟਰ ਅਲੱਗ ਤੋਂ ਆਪਾਂ ਮੈਜ਼ਰ ਕਰਦੇ ਹਾਂ, ਬਟ ਜਦੋਂ ਆਪਾਂ ਓਵਰਆਲ ਇੰਡਸਟਰੀਜ਼ ਦੀ ਪ੍ਰੋਗਰੈਸ ਦੇਖਦੇ ਹਾਂ, ਉਹਨਾਂ ਦੀ ਦੇਖਦੇ ਹਾਂ ਵੀ ਗਰੋ ਕਰ ਰਹੇ ਨੇ ਕਿ ਨਹੀਂ ਕਰ ਰਹੇ, ਤਾਂ ਉਹਦੇ ਵਿੱਚ ਵੀ ਇਹ ਪਾਰਟ ਹੋਣਗੇ ਕਿਉਂਕਿ ਹੈ ਤਾਂ ਇੰਡਸਟਰੀਜ਼ ਹੀ। ਤਾਂ ਜਦੋਂ ਆਪਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ 40% ਜੋ ਹਿੱਸਾ ਨਾ ਉਹ ਕੋਰ ਸੈਕਟਰ ਇੰਡਸਟਰੀਜ਼ ਦਾ ਹੈ ਜੀ। ਵੈਰੀ ਇੰਪੋਰਟੈਂਟ, ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦਾ ਜੋ 40% ਦੇ ਅਰਾਊਂਡ ਵੇਟੇਜ ਆ
ਉਹ ਸਿਰਫ ਤੇ ਸਿਰਫ ਕੋਰ ਸੈਕਟਰ ਇੰਡਸਟਰੀਜ਼ ਨੂੰ ਦਿੱਤਾ ਗਿਆ। ਮਤਲਬ ਜੇ ਆਪਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦੀ ਗੱਲ ਕਰੀਏ, ਉਹਦੇ ਚੋਂ 40% ਹਿੱਸਾ ਕੋਰ ਸੈਕਟਰ ਇੰਡਸਟਰੀਜ਼ ਦਾ ਹੈ। ਤੇ ਫਿਰ ਆਪਾਂ ਥੋੜਾ ਜਿਹਾ ਆਈਆਈਪੀ ਬਾਰੇ ਵੀ ਪੜ੍ਹ ਲਈਏ, ਕਿਉਂਕਿ ਇਹਦੇ ਬਾਰੇ ਜਦੋਂ ਵੀ ਇਹ ਜੋ ਇੰਡੈਕਸ ਹੈ ਇਹ ਵੀ ਪਬਲਿਸ਼ ਹੁੰਦਾ ਰਹਿੰਦਾ ਰੈਗੂਲਰਲੀ, ਹੈ ਨਾ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਕੀ ਹੈ ਇਹ? ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਇਜ਼ ਐਨ ਇੰਡੀਕੇਟਰ that measures the changes in the volume of production of industrial products during a given period। ਮਤਲਬ ਇੱਕ given period ਦੇ ਵਿੱਚ ਜੋ ਇੰਡਸਟਰੀਜ਼ ਨੇ ਪ੍ਰੋਡਕਸ਼ਨ ਕੀਤੀ ਆ, ਉਹਦੇ ਵੋਲਿਊਮ ਦੇ ਵਿੱਚ ਕਿੰਨੀ ਚੇਂਜ ਆਈ ਆ, ਉਸ ਚੀਜ਼ ਨੂੰ ਮੈਜ਼ਰ ਕਰਨ ਦੇ ਲਈ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਪਬਲਿਸ਼ ਕੀਤਾ ਜਾਂਦਾ। ਠੀਕ ਹੈ ਜੀ। ਤੇ ਜੇ ਆਪਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਇਹਦੇ ਮੇਨ 3 ਕੰਪੋਨੈਂਟਸ ਨੇ। ਮੇਨ ਕੰਪੋਨੈਂਟਸ ਇਹਦੇ 3 ਨੇ। ਕਿਹੜੇ ਕਿਹੜੇ ਨੇ? ਥੀਸ ਆਰ ਮੈਨੂਫੈਕਚਰਿੰਗ, ਮਾਈਨਿੰਗ ਐਂਡ ਇਲੈਕਟ੍ਰੀਸਿਟੀ। ਠੀਕ ਹੈ ਜੀ। ਜਿੰਨੀਆਂ ਵੀ ਇੰਡਸਟਰੀਜ਼ ਨੇ ਉਹਨਾਂ ਨੂੰ ਆਪਾਂ 3 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਫਸਟ ਵਨ ਮੈਨੂਫੈਕਚਰਿੰਗ, ਜਿਹੜੀਆਂ ਇੰਡਸਟਰੀਜ਼ ਮੈਨੂਫੈਕਚਰਿੰਗ 'ਚ ਲੱਗੀਆਂ ਵੀਆਂ ਨੇ। ਸੈਕੰਡ ਆਰ ਮਾਈਨਿੰਗ, ਜੋ ਮਾਈਨਿੰਗ ਦਾ ਕੰਮ ਕਰਦੀਆਂ ਨੇ। ਥਰਡ ਆਰ ਇਲੈਕਟ੍ਰੀਸਿਟੀ। ਠੀਕ ਹੈ ਜੀ। ਇਹ 3 ਇੰਡਸਟਰੀਜ਼ ਨੇ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦੀ। ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੇਟੇਜ ਹੈ ਜੋ 77%, ਉਹ ਹੈਗਾ ਮੈਨੂਫੈਕਚਰਿੰਗ ਨੂੰ। ਸੈਕੰਡ ਵਨ ਇਜ਼ ਮਾਈਨਿੰਗ 14% ਦੇ ਅਰਾਊਂਡ। ਥਰਡ ਵਨ ਇਜ਼ ਇਲੈਕਟ੍ਰੀਸਿਟੀ। ਠੀਕ ਹੈ ਜੀ। ਇਹ ਤਾਂ ਆਪਾਂ ਓਵਰਆਲ ਹੋ ਗਿਆ। ਤੇ ਜਦੋਂ ਆਪਾਂ ਜਿਵੇਂ, ਕਿਉਂਕਿ ਜੋ ਕੋਰ ਸੈਕਟਰ ਆ ਉਹ ਇਹਨਾਂ ਤਿੰਨਾਂ ਦਾ ਪਾਰਟ ਹੋ ਸਕਦੇ ਨੇ, ਮੈਨੂਫੈਕਚਰਿੰਗ ਦਾ ਵੀ ਪਾਰਟ ਹੋਣਗੇ, ਮਾਈਨਿੰਗ ਦਾ ਵੀ ਕੁਝ ਪਾਰਟ ਕੋਰ ਸੈਕਟਰ ਇੰਡਸਟਰੀਜ਼ ਹੋਣਗੀਆਂ, ਤੇ ਇਲੈਕਟ੍ਰੀਸਿਟੀ ਦਾ ਵੀ। ਸੋ ਜਦੋਂ ਆਪਾਂ ਕੋਰ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਇਹਦਾ ਪੂਰੇ ਦਾ 40% ਕੋਰ ਸੈਕਟਰ ਇੰਡਸਟਰੀਜ਼ ਨੇ। ਠੀਕ ਹੈ ਜੀ। ਹਾਂਜੀ, 1 ਮਿੰਟ ਜੀ, 1 ਮਿੰਟ। ਹਾਂਜੀ ਹਾਂਜੀ ਰਮਨ ਜੀ, ਦੇਖਦੇ ਹਾਂ ਜੀ, ਉਹਨੂੰ ਕਰਦੇ ਹਾਂ ਠੀਕ। 1 ਮਿੰਟ, ਕੋਈ ਨਾ ਸਿਗਨਲ ਦੇ ਵਿੱਚ ਪ੍ਰੋਬਲਮ ਆ ਰਹੀ ਹੈ। 1 ਸੈਕਿੰਡ ਬਸ, ਇੱਕੋ ਸੈਕਿੰਡ। ਇੱਕ ਸੈਕਿੰਡ ਬਸ। ਹਾਂਜੀ, ਆ ਰਹੀ ਹੈ ਜੀ ਸਿਗਨਲ, ਆ ਰਹੀ ਹੈ ਵੀਡੀਓ ਪ੍ਰੋਪਰ ਕਿ ਨਹੀਂ ਆ ਰਹੀ ਹਲੇ? ਸਿਗਨਲ ਆਊਟ ਆਫ ਰੇਂਜ। ਹਾਂਜੀ 2 ਮਿੰਟ ਜੀ ਬਸ, ਦੇਖ ਰਹੇ ਹਾਂ ਰਮਨ ਜੀ। ਮਨਦੀਪ ਜੀ 1 ਮਿੰਟ ਬਸ ਦੋ, ਸਾਨੂੰ ਚੈੱਕ ਕਰ ਰਹੇ ਹਾਂ।
ਹੈਲੋ, ਹਾਂਜੀ ਹੁਣ ਠੀਕ ਹੋਣੀ ਸ਼ਾਇਦ ਵੀਡੀਓ, ਦੇਖੋ ਹੁਣ ਆ ਜਾਣਾ ਸਿਗਨਲ ਪ੍ਰੋਪਰਲੀ। ਹਾਂਜੀ ਆ ਰਹੀ ਹੈ ਜੀ, ਵੀਡੀਓ ਆ ਰਹੀ ਹੈ ਪ੍ਰੋਪਰ, ਹੁਣ ਆ ਰਹੀ ਹੈ ਜੀ। ਹੁਣ ਦੇਖੋ ਗੁਰਪ੍ਰੀਤ ਜੀ, ਓਕੇ ਜੀ ਓਕੇ। ਚਲੋ ਜਿਵੇਂ ਆਪਾਂ ਆਈਆਈਪੀ ਦੀ ਗੱਲ ਕਰ ਰਹੇ ਸੀ ਵੀ ਇਹਦਾ ਸੈਕਟੋਰਲ ਕੰਪੋਜੀਸ਼ਨ ਇਹਦੀ ਹੁੰਦੀ ਹੈ, ਮਤਲਬ ਜਿਵੇਂ ਇੰਡਸਟਰੀਜ਼ ਨੇ ਉਹਨਾਂ ਨੂੰ ਮੇਨ ਆਪਾਂ 3 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਫਸਟ ਵਨ ਮੈਨੂਫੈਕਚਰਿੰਗ, ਜੋ ਪ੍ਰੋਡਕਟਸ ਨੂੰ ਬਣਾਉਂਦੇ ਨੇ, ਠੀਕ ਹੈ ਜੀ, ਜਿਵੇਂ ਕੋਈ ਕੱਪੜਾ ਬਣਾਉਣਾ ਜਾਂ ਕੋਈ ਵੀ ਕਿਸੇ ਵੀ ਚੀਜ਼ ਨੂੰ ਮੈਨੂਫੈਕਚਰ ਕਰਨਾ। ਦੈਨ ਮਾਈਨਿੰਗ, ਜੋ ਧਰਤੀ ਜੋ ਆਪਾਂ ਮਾਈਨਿੰਗ ਕਰਦੇ ਆ, ਹੈ ਨਾ, ਜੋ ਵੀ ਮਿਨਰਲਸ ਨੇ ਕੁਛ ਉਹ ਕੱਢਣੇ। ਦੈਨ ਇਲੈਕਟ੍ਰੀਸਿਟੀ। ਇਹਨਾਂ ਤਿੰਨਾਂ ਨੂੰ ਆਪਾਂ ਆਈਆਈਪੀ ਦੇ ਅੰਡਰ 3 ਚ ਡਿਵਾਈਡ ਕੀਤਾ ਹੋਇਆ। ਤੇ ਇਹਨਾਂ ਚੋਂ ਸਭ ਤੋਂ ਜ਼ਿਆਦਾ ਜੋ ਵੇਟੇਜ ਆ ਉਹ ਹੈਗਾ ਮੈਨੂਫੈਕਚਰਿੰਗ ਦਾ, ਸੈਕੰਡ ਇਜ਼ ਮਾਈਨਿੰਗ ਐਂਡ ਥਰਡ ਇਜ਼ ਇਲੈਕਟ੍ਰੀਸਿਟੀ। ਇਹ ਵੀ ਪੁੱਛਿਆ ਜਾ ਸਕਦਾ ਪੇਪਰ 'ਚ ਤੁਹਾਨੂੰ, ਠੀਕ ਹੈ ਜੀ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨਾਂ ਤਿੰਨਾਂ ਦੇ ਵਿੱਚ ਹੀ ਕੋਰ ਸੈਕਟਰ ਇੰਡਸਟਰੀਜ਼ ਹੈਗੀਆਂ ਨੇ ਕੁਛ ਨਾ ਕੁਛ, ਠੀਕ ਹੈ। ਤੇ ਜਦੋਂ ਆਪਾਂ ਵੈਸੇ ਗੱਲ ਕਰਦੇ ਹਾਂ ਵੀ ਆਈਆਈਪੀ ਦੇ ਵਿੱਚ ਕੋਰ ਸੈਕਟਰ ਦਾ ਕਿੰਨਾ ਹਿੱਸਾ, ਉਹ ਹੈਗਾ 40%। ਤੇ ਜੇ ਆਪਾਂ ਆਈਆਈਪੀ ਦੀ ਡਿਵੀਜ਼ਨ ਦੇਖੀਏ, ਉਹ ਕਿਹੜੇ 3 ਸੈਕਟਰ ਨੇ, ਮੈਨੂਫੈਕਚਰਿੰਗ, ਮਾਈਨਿੰਗ ਤੇ ਇਲੈਕਟ੍ਰੀਸਿਟੀ, ਉਹਨਾਂ ਦੀ ਵੇਟੇਜ ਇਸ ਅਕੋਰਡਿੰਗ ਹੈ। ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ, ਦੈਨ ਮਾਈਨਿੰਗ, ਦੈਨ ਇਲੈਕਟ੍ਰੀਸਿਟੀ, ਓਕੇ ਜੀ। ਤੇ ਫਿਰ ਜਿਵੇਂ ਆਪਾਂ ਕੋਰ ਸੈਕਟਰ ਇੰਡਸਟਰੀ ਦੀ ਗੱਲ ਕੀਤੀ ਸੀ, ਕੋਰਸ, ਹਾਂਜੀ ਹਾਂਜੀ ਮਨਦੀਪ ਜੀ ਆ ਰਹੇ ਆ ਜੀ, ਉਹਦੇ ਤੇ ਵੀ ਆ ਰਹੇ ਆ, ਇੰਡੈਕਸ ਨੂੰ ਕੌਣ ਪਬਲਿਸ਼ ਕਰਦਾ। ਜਿਵੇਂ ਆਪਾਂ ਕੋਰ ਸੈਕਟਰ ਦੀ ਗੱਲ ਕੀਤੀ ਸੀ, ਉਸੇ ਤਰ੍ਹਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਨੂੰ ਵੀ ਕੋਈ ਨਾ ਕੋਈ ਬੋਡੀ ਪਬਲਿਸ਼ ਕਰ ਰਹੀ ਹੋਣੀ ਆ। ਉਹ ਕਿਹੜੀ ਬੋਡੀ ਆ ਜਿਹੜੀ ਪਬਲਿਸ਼ ਕਰਦੀ ਆ? ਉਹ ਬੋਡੀ ਹੈ ਜੀ ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ, CSO, ਵੈਰੀ ਇੰਪੋਰਟੈਂਟ। ਐਵਰੀ ਮੰਥ ਇਹ ਵੀ ਪਬਲਿਸ਼ ਹੁੰਦਾ ਤੇ ਇਹਨੂੰ CSO ਪਬਲਿਸ਼ ਕਰਦੀ ਆ। ਤੇ CSO ਆ ਜਿਹੜੀ ਇਜ਼ ਅੰਡਰ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ, ਵੈਰੀ ਇੰਪੋਰਟੈਂਟ। ਇਹ ਫੈਕਟ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਕਿ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਨੂੰ ਕੌਣ ਪਬਲਿਸ਼ ਕਰਦਾ? ਆਈਆਈਪੀ ਨੂੰ ਪਬਲਿਸ਼ ਕਰਦਾ ਜੀ CSO। ਤੇ ਜਿਹੜਾ ਕੋਰ ਸੈਕਟਰ ਇੰਡਸਟਰੀਜ਼ ਨੇ ਉਹਨਾਂ ਨੂੰ ਕੌਣ ਪਬਲਿਸ਼ ਕਰਦਾ? ਉਹਨਾਂ ਨੂੰ ਪਬਲਿਸ਼ ਕਰਦਾ ਆਫਿਸ ਆਫ ਇਕਨੋਮਿਕ ਐਡਵਾਈਜ਼ਰ ਅੰਡਰ DPIIT। ਇਹ ਪਤਾ ਹੋਣਾ ਚਾਹੀਦਾ ਤੁਹਾਨੂੰ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਇਹ। ਤੇ ਫਿਰ ਮੇਨ ਸੈਕਟਰ ਆਪਾਂ 3 ਪੜ੍ਹ ਲਏ, ਤੇ ਇਹਦਾ ਵੀ ਜੋ ਆਈਆਈਪੀ ਆ ਇਹਦਾ ਬੇਸ ਈਅਰ ਵੀ 2011-12 ਹੀ ਹੈ, ਓਕੇ। ਦੋਨਾਂ ਦਾ ਬੇਸ ਈਅਰ ਸੇਮ ਆ, ਦੋਨਾਂ ਨੂੰ ਪਬਲਿਸ਼ ਕਰਨ ਵਾਲੀਆਂ ਬੋਡੀਜ਼ ਡਿਫਰੈਂਟ ਨੇ, ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਜੀ B-21 ਰੇਡਰ। ਹਾਂਜੀ ਮਨਦੀਪ ਜੀ ਵਧੀਆ। ਵੈਸੇ ਨਾ ਕੁਛ ਮੈਨੂੰ ਅਸੀਂ ਕਿਉਂਕਿ ਜਦੋਂ ਵੀ ਆਪਾਂ ਕੋਈ ਕਲਾਸ ਲੈਂਦੇ ਆ ਨਾ, ਉਹ ਇਹ ਹੁੰਦਾ ਵੀ ਸਾਰੇ ਬੱਚਿਆਂ ਨੂੰ ਪਤਾ ਲੱਗੇ ਉਹ ਚੀਜ਼ ਦਾ, ਹੈ ਨਾ। ਜਿਹੜੀ ਵੀ ਚੀਜ਼ ਕਰ ਰਹੇ ਉਹਨੂੰ ਬਹੁਤ ਬੇਸਿਕ ਤਰੀਕੇ ਨਾਲ ਕਰਾਈਏ, ਜਿਹੜਾ ਕੋ ਸਾਡੇ ਪੇਪਰ ਲਈ ਰੈਲੇਵੈਂਟ ਆ ਤੇ ਜਿਹੜਾ ਬੱਚੇ ਨੂੰ ਸਮਝ ਆ ਸਕਦਾ, ਉਸ ਪੱਧਰ ਤੇ ਜਾ ਕੇ, ਉਸ ਲੈਵਲ ਤੇ ਜਾ ਕੇ ਆਪਾਂ ਚੀਜ਼ਾਂ ਨੂੰ ਪੜ੍ਹਾਈਏ। ਬਟ ਤੁਹਾਡੇ ਵਿੱਚ ਬਹੁਤ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਚੀਜ਼ਾਂ ਸ਼ਾਇਦ ਪੜ੍ਹੀਆਂ ਹੋਈਆਂ ਨੇ, ਜਿਨ੍ਹਾਂ ਨੂੰ ਪਤਾ। ਸੋ ਉਹ ਚੀਜ਼ ਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਹੈ ਕਿ ਸ਼ਾਇਦ ਉੱਦਾਂ ਦੇ ਬੱਚੇ ਵੀ ਸਾਡੀਆਂ ਵੀਡੀਓਜ਼ ਨੂੰ ਦੇਖ ਰਹੇ ਨੇ, ਜਿਨ੍ਹਾਂ ਨੇ ਚੀਜ਼ਾਂ ਆਲਰੇਡੀ ਪੜ੍ਹ ਰੱਖੀਆਂ ਨੇ। ਸ਼ਾਇਦ ਉਹਨਾਂ ਲਈ ਵੀ ਕੁਛ ਨਾ ਕੁਛ ਹੈਲਪਫੁਲ ਹੋਣਗੀਆਂ, ਤਾਂ ਹੀ ਉਹ ਦੇਖ ਰਹੇ ਨੇ, ਠੀਕ ਹੈ ਜੀ। ਥੈਂਕ ਯੂ ਜੀ ਮਨਦੀਪ ਜੀ, ਤੁਸੀਂ ਰੈਗੂਲਰਲੀ ਆਨਸਰ ਕਰਦੇ ਹੋ, ਬਹੁਤ ਵਧੀਆ ਲੱਗਦਾ। ਤੇ ਆਨਸਰ ਵੀ ਤੁਹਾਡੇ ਠੀਕ ਹੁੰਦੇ ਨੇ। ਤੇ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਇਦਾਂ ਦੀ ਵੀ ਹੈ ਜਿਹੜੀ ਆਪਾਂ ਕਹਿ ਲਓ ਵੀ ਜਿਵੇਂ ਜਿਵੇਂ ਡਿਸਕਸ ਕਰਦੇ ਹਾਂ, ਤੁਸੀਂ ਉਸ ਤੋਂ ਪਹਿਲਾਂ ਵੀ ਕੁਝ ਚੀਜ਼ਾਂ ਦੱਸ ਦਿੰਦੇ ਹੋ। ਵਧੀਆ, ਸਾਰੇ ਬੱਚਿਆਂ ਨੂੰ ਹੀ ਆਪਣੀ ਤਿਆਰੀ ਆ ਜਿਹੜੀ ਇਸ ਤਰੀਕੇ ਨਾਲ ਕਰਨੀ ਚਾਹੀਦੀ ਆ, ਕਿਉਂਕਿ ਜਿਹੜੇ ਵੀ ਆਪਾਂ ਟੌਪਿਕਸ, ਜਿਵੇਂ ਤੁਹਾਨੂੰ ਆਪਾਂ ਟੈਲੀਗ੍ਰਾਮ ਚੈਨਲ ਦੇ ਉੱਪਰ ਜੇ ਟੌਪਿਕਸ ਨੇ ਜਿਹੜੇ ਆਪਾਂ ਉਹ ਦੱਸਦੇ ਆ ਨਾ ਪਹਿਲਾਂ ਹੀ ਵੀ ਅੱਜ ਇਹ ਡਿਸਕਸ ਹੋਣਗੇ, ਤਾਂ ਉਹਨਾਂ ਬਾਰੇ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਥੋੜ੍ਹਾ ਬਹੁਤ ਪੜ੍ਹ ਸਕਦੇ ਹੋ, ਤੁਹਾਡੇ ਲਈ ਕਲਾਸ ਸਮਝਣੀ ਸੌਖੀ ਹੋ ਜੂ, ਠੀਕ ਹੈ ਜੀ। ਤੇ ਜੇ ਚਲੋ ਜੇ ਕਿਸੇ ਕੋਲ ਨਹੀਂ ਟਾਈਮ ਤਾਂ ਉਹਨਾਂ ਲਈ ਤਾਂ ਆਪਾਂ ਕਰਾ ਹੀ ਰਹੇ ਹਾਂ ਸਾਰਾ ਕੁਛ। ਇਹ ਨੈਕਸਟ ਟੌਪਿਕ ਸਾਡਾ ਹੈ ਜੀ B-21 ਰੇਡਰ। ਇਹ ਵੀ ਬਹੁਤ ਇੰਪੋਰਟੈਂਟ ਆ। ਕਿਉਂ ਇੰਪੋਰਟੈਂਟ ਆ ਜੀ ਇਹ? B-21 ਰੇਡਰ ਹੈ ਕੀ ਆ, ਨਿਊਜ਼ ਦੇ ਵਿੱਚ ਕਿਉਂ ਸੀ? ਵਾਈ ਨਿਊਜ਼ ਰੀਸੈਂਟਲੀ ਪੈਂਟਾਗਨ has unveiled its new stealth bomber named B-21 raider, ਠੀਕ ਹੈ ਜੀ। ਪਹਿਲੀ ਗੱਲ ਆਉਂਦੀ ਹੈ ਪੈਂਟਾਗਨ ਦੀ, ਕਿ ਪੈਂਟਾਗਨ ਕੀ ਹੈ। ਪੈਂਟਾਗਨ ਜੋ ਯੂਨਾਈਟਿਡ ਸਟੇਟਸ ਹੈ ਨਾ, US ਦਾ ਜੋ ਡਿਫੈਂਸ ਡਿਪਾਰਟਮੈਂਟ ਆਫ ਡਿਫੈਂਸ ਆ, ਉਹਨਾਂ ਦਾ ਜੋ ਹੈੱਡਕੁਆਟਰ ਹੈ ਉਸ ਨੂੰ ਪੈਂਟਾਗਨ ਕਿਹਾ ਜਾਂਦਾ, ਠੀਕ ਹੈ ਜੀ। ਤੇ ਰੀਸੈਂਟਲੀ ਪੈਂਟਾਗਨ ਨੇ ਆਪਣਾ ਨਵਾਂ ਇੱਕ ਸਟੈਲਥ ਬੌਂਬਰ ਨੇਮਡ B-21 ਉਹਨੂੰ ਅਨਵੇਲ ਕੀਤਾ, ਉਹਨੂੰ
ਪਬਲਿਕ ਕੀਤਾ, ਠੀਕ ਹੈ ਜੀ। ਸਟੈਲਥ ਇੱਥੇ ਕੁਛ ਨਾ ਕੁਛ ਇੱਥੇ ਕਈ ਨਾਮ ਨੇ, ਉਹ ਆਪਾਂ ਡਿਸਕਸ ਕਰਾਂਗੇ, ਉਹਨਾਂ ਬਾਰੇ ਕੋਈ ਨਹੀਂ, ਕੁਛ ਟਰਮਸ ਨੇਗੀਆਂ। ਇਟ ਹੈਜ਼ ਬੀਨ ਮੇਡ ਪਬਲਿਕ, ਇੰਪੋਰਟੈਂਟ ਕਿਉਂ ਹੈ ਜੀ? ਇਟ ਹੈਜ਼ ਬੀਨ ਮੇਡ ਪਬਲਿਕ ਆਫਟਰ 30 years ਆਫ ਸੀਕ੍ਰੇਟ ਡਿਵੈਲਪਮੈਂਟ। ਮਤਲਬ ਪਿਛਲੇ 30 ਸਾਲਾਂ ਤੋਂ ਪੈਂਟਾਗਨ ਇਹਦੇ ਉੱਪਰ ਸੀਕ੍ਰੇਟਲੀ ਕੰਮ ਕਰ ਰਹੀ ਸੀ। ਇਸ ਬੌਂਬਰ, ਇਹ ਇੱਕ 에ਅਰਕ੍ਰਾਫਟ ਆ, ਜਿਵੇਂ ਆਪਾਂ ਲੜਾਕੂ ਜਹਾਜ਼ ਕਹਿ ਦਿੰਦੇ ਹਾਂ ਨਾ, ਉਸ ਤਰ੍ਹਾਂ ਦਾ ਇੱਕ ਜਹਾਜ਼ ਹੈ। ਉਹਦੇ ਉੱਪਰ ਪਿਛਲੇ 30 ਸਾਲਾਂ ਤੋਂ ਸੀਕ੍ਰੇਟਲੀ ਕੰਮ ਕਰ ਰਹੀ ਸੀ, ਕਿਸੇ ਨੂੰ ਨਹੀਂ ਸੀ ਪਤਾ, ਬਟ ਹੁਣ ਇਹਨਾਂ ਨੇ ਕੰਪਲੀਟ ਕਰਕੇ ਉਸ ਚੀਜ਼ ਨੂੰ ਅਨਵੇਲ ਕੀਤਾ। ਤੇ ਉਹ ਕੀ ਹੈ? ਸਟੈਲਥ ਹੈ। ਸਟੈਲਥ ਦਾ ਮਤਲਬ ਹੁੰਦਾ ਕੁਛ ਇਦਾਂ ਦੀ ਟੈਕਨੋਲੋਜੀ, ਕੁਛ ਇਦਾਂ ਦੇ ਮਟੀਰੀਅਲ ਦੇ ਨਾਲ ਉਹ ਚੀਜ਼ ਨੂੰ ਬਣਾਇਆ ਗਿਆ ਕਿ ਉਹਨੂੰ ਕਹਿ ਲਓ ਵੀ ਰਡਾਰਸ ਨੇ ਨਾ ਜਿਹੜੀਆਂ ਸਾਡੀਆਂ, ਉਹ ਆਇਡੈਂਟੀਫਾਈ ਨਹੀਂ ਕਰ ਪਾਉਂਦੀਆਂ, ਉਹਨੂੰ ਰੈਕੋਗਨਾਈਜ਼ ਨਹੀਂ ਕਰ ਪਾਉਂਦੀਆਂ। ਮਤਲਬ ਕਿ ਜੋ ਦੂਸਰੀਆਂ ਕੰਟਰੀਜ਼ ਦੀਆਂ ਰਡਾਰਸ ਨੇ 에ਅਰਕ੍ਰਾਫਟਸ ਨੂੰ ਦੇਖਣ ਦੇ ਲਈ, ਜਾਂ ਕੋਈ ਬਾਹਰੋਂ ਕੋਈ ਵੀ ਚਾਹੇ ਮਿਜ਼ਾਈਲ ਆਉਂਦੀ ਆ, ਜਾਂ ਕੋਈ 에ਅਰਕ੍ਰਾਫਟ ਆਉਂਦਾ, ਜਾਂ ਕੋਈ ਰਾਕਟ ਲਾਂਚਰ ਆਉਂਦਾ, ਜਾਂ ਕੋਈ ਕਹਿ ਲਓ ਅਨਮੈਨਡ ਏਰੀਅਲ ਵਹੀਕਲ ਆਉਂਦਾ, ਉਹਨਾਂ ਚੀਜ਼ਾਂ ਨੂੰ ਨਾ ਪਹਿਲਾਂ ਹੀ ਰਿਕੋਗਨਾਈਜ਼, ਪਹਿਲਾਂ ਹੀ ਦੇਖ ਲੈਂਦੇ ਨੇ। ਬਟ ਜੋ ਸਟੈਲਥ ਟੈਕਨੋਲੋਜੀ ਹੁੰਦੀ ਹੈ, ਇਸ ਤਰ੍ਹਾਂ ਨਾਲ ਬਣਾਏ ਹੁੰਦੇ ਨੇ ਵੀ ਉਹ ਰਡਾਰਸ ਦੀ ਰੇਂਜ ਦੇ ਵਿੱਚ ਆਉਂਦੇ ਹੀ ਨਹੀਂ, ਉਹ ਪਤਾ ਨਹੀਂ ਲੱਗਦਾ, ਇਹ ਹੁੰਦਾ ਸਟੈਲਥ, ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰੀਏ B-21 ਹੈ ਕੀ? B-21 ਇਜ਼ ਅ ਨਿਊਕਲੀਅਰ ਬੰਬਰ 에ਅਰਕ੍ਰਾਫਟ। ਨਿਊਕਲੀਅਰ ਬੰਬ ਸਿੱਟਣ ਵਾਲਾ ਇੱਕ 에ਅਰਕ੍ਰਾਫਟ ਹੈ। ਫਸਟ ਫॉर ਅਮਰੀਕਾ ਇਨ ਲਾਸਟ 30 years, ਪਿਛਲੇ 30 ਸਾਲਾਂ ਦੇ ਵਿੱਚ ਇਹ ਅਮਰੀਕਾ ਦੇ ਲਈ ਪਹਿਲਾ ਇਦਾਂ ਦਾ 에ਅਰਕ੍ਰਾਫਟ ਹੈ ਜਿਹੜਾ ਨਿਊਕਲੀਅਰ ਬੰਬ ਸਿੱਟੂਗਾ ਜਦੋਂ ਵੀ ਕਿਤੇ ਲੜਾਈ ਲੱਗਦੀ ਹੈ, ਜਾਂ ਕੋਈ ਹੋਰ ਉਸ ਉੱਦਾਂ ਦੀਆਂ ਚੀਜ਼ਾਂ ਦੇ ਉੱਪਰ ਨਿਊਕਲੀਅਰ ਬੰਬ ਸਿੱਟਣ ਦੇ ਲਈ ਇਹਨਾਂ ਨੇ ਇੱਕ 에ਅਰਕ੍ਰਾਫਟ ਬਣਾਇਆ, ਦੈਟ ਇਜ਼ B-21, ਠੀਕ ਹੈ ਜੀ। ਆਹ ਇਹਦੀ ਇਮੇਜ ਹੈ, ਕਿਹੋ ਜਿਹਾ ਇਹ ਤੁਸੀਂ ਦੇਖ ਸਕਦੇ ਹੋ। ਤੇ ਫਿਰ ਆਪਾਂ ਗੱਲ ਕਰਦੇ ਹਾਂ ਵਾਈ ਇਜ਼ ਇਟ ਇੰਪੋਰਟੈਂਟ। ਇਟ ਇਜ਼ ਅ ਪਾਰਟ ਆਫ ਪੈਂਟਾਗਨਸ ਐਫਰਟਸ ਟੂ ਮਾਡਰਨਾਈਜ਼ ਆਲ ਦ ਲੈਗਸ ਆਫ ਇਟਸ ਨਿਊਕਲੀਅਰ ਟਰਾਇਡ, ਠੀਕ ਹੈ ਜੀ। ਨਿਊਕਲੀਅਰ ਟਰਾਇਡ, ਨਿਊਕਲੀਅਰ ਟਰਾਇਡ ਦਾ ਮਤਲਬ ਕੀ ਹੈ ਜੀ? ਵੀ ਨਿਊਕਲੀਅਰ ਵੈਪਨਸ ਨੂੰ ਲਾਂਚ ਕਰਨ ਦੇ ਲਈ ਅਸੀਂ ਧਰਤੀ ਤੋਂ ਵੀ ਲਾਂਚ ਕਰ ਸਕਦੇ ਹਾਂ। ਪਹਿਲੀ ਲੈਗ ਹੋ ਗਈ ਲੈਂਡ, ਜਿੱਥੋਂ ਅਸੀਂ ਨਿਊਕਲੀਅਰ ਵੈਪਨਸ ਲਾਂਚ ਕਰ ਸਕਦੇ ਹਾਂ। ਸੈਕੰਡ ਲੈਗ ਹੋ ਗਈ ਅੰਡਰ ਵਾਟਰ, ਸਾਡੀਆਂ ਕੁਝ ਸਬਮੈਰੀਨਸ ਹੁੰਦੀਆਂ ਨੇ, ਉਹ ਵੀ ਨਿਊਕਲੀਅਰ ਕੈਪੇਬਲ ਹੁੰਦੀਆਂ ਨੇ, ਨਿਊਕਲੀਅਰ ਵੈਪਨਸ ਨੂੰ ਲਾਂਚ ਕਰ ਸਕਦੀਆਂ ਨੇ, ਅੰਡਰ ਵਾਟਰ ਹੋ ਗਈਆਂ। ਥਰਡ ਵਨ ਹੋ ਗਿਆ 에ਅਰ ਦੇ ਵਿੱਚ, ਜਿਵੇਂ ਆਪਣੇ ਕੋਲੇ ਜਿਹੜੇ 에ਅਰਕ੍ਰਾਫਟਸ ਨੇ, ਹੈ ਨਾ, ਉਹ ਲਾਂਚ ਕਰਦੇ ਨੇ। ਸੋ ਇਹ ਉਸ ਚੀਜ਼ ਨੂੰ, ਉਹਨਾਂ ਦੀ ਨਿਊਕਲੀਅਰ ਟਰਾਇਡ ਨੂੰ ਸਟਰੋਂਗ ਕਰਨ ਦੇ ਲਈ, ਪਲੱਸ ਮਾਡਰਨਾਈਜ਼ ਕਰਨ ਦੇ ਲਈ ਜੋ ਪੈਂਟਾਗਨ ਦੀਆਂ ਐਫਰਟਸ ਨੇ, ਉਹਨਾਂ ਐਫਰਟਸ ਦਾ ਹੀ ਇੱਕ ਪਾਰਟ ਹੈ, ਸਪੈਸੀਫਿਕਲੀ ਟੂ ਮੀਟ ਚਾਈਨਾਜ਼ ਰੈਪਿਡ ਮਿਲਟਰੀ ਮਾਡਰਨਾਈਜੇਸ਼ਨ। ਕਿਉਂਕਿ ਚਾਈਨਾ ਆਪਣੀ ਮਿਲਟਰੀ ਨੂੰ ਬਹੁਤ ਜਲਦੀ ਮਾਡਰਨਾਈਜ਼ ਕਰ ਰਿਹਾ, ਬਹੁਤ ਨਵੀਆਂ ਟੈਕਨੋਲੋਜੀਜ਼ ਲੈ ਕੇ ਆ ਰਿਹਾ, ਤੇ ਰਸ਼ੀਆ ਵੀ ਲੈ ਕੇ ਆ ਰਿਹਾ। ਤੇ ਦੋਨਾਂ, ਰਸ਼ੀਆ ਤੇ ਚਾਈਨਾ ਦੋਨੋਂ ਅਮਰੀਕਾ ਦੇ ਕੰਪੀਟੀਟਰਸ ਨੇ, ਦੋਨਾਂ ਦੇ ਨਾਲ ਅਮਰੀਕਾ ਦੇ ਕਨਫਲਿਕਟਸ ਨੇ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੇ ਇੱਕ ਨਵਾਂ ਇੱਕ ਬੰਬਰ 에ਅਰਕ੍ਰਾਫਟ ਲੈ ਕੇ ਆਂਦਾ, ਜਿਹਦਾ ਨਾਮ ਹੈ B-21। ਇਹ ਪੇਪਰ 'ਚ ਪੁੱਛਿਆ ਜਾ ਸਕਦਾ, ਉੱਥੇ ਸਾਡੇ ਲਈ ਇਹਦੀਆਂ ਫਾਈਨ ਡਿਟੇਲਸ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਆ, ਸਾਡੇ ਲਈ ਇਹੀ ਇੰਪੋਰਟੈਂਟ ਆ ਕਿ B-21 ਰੇਡਰ ਹੈ ਕੀ? ਇਹ ਇੱਕ ਨਿਊਕਲੀਅਰ ਬੰਬਰ ਹੈ ਅਮਰੀਕਾ ਦਾ, ਇੰਨਾ ਕੁ ਸਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤੇ ਥੋੜਾ ਬਹੁਤ ਹੋਰ ਆਪਾਂ ਕਰ ਲੈਂਦੇ ਆ। ਇਟ ਇਜ਼ ਅ ਸਬਸੋਨਿਕ 에ਅਰਕ੍ਰਾਫਟ। ਸਬਸੋਨਿਕ ਦਾ ਮਤਲਬ ਹੁੰਦਾ ਜੋ ਉਹਦੀ ਸਪੀਡ ਹੈ ਨਾ, ਉਹ 에ਅਰ ਤੋਂ ਘੱਟ ਹੈ ਨਾ। ਸਬਸੋਨਿਕ ਸਾਊਂਡ ਤੋਂ, ਸਪੀਡ ਆਫ ਸਾਊਂਡ, 에ਅਰ ਨਹੀਂ, ਸਪੀਡ ਆਫ ਸਾਊਂਡ ਤੋਂ ਘੱਟ ਸਪੀਡ ਹੈ ਦੀ ਸਬਸੋਨਿਕ 에ਅਰਕ੍ਰਾਫਟ। ਐਂਡ ਇਟ ਟੁਕ ਇਟਸ ਨੇਮ ਫਰੋਮ, ਇਸ ਤੋਂ ਪਹਿਲਾਂ ਜਦੋਂ 1942 ਸੈਕਿੰਡ ਵਰਲਡ ਵਾਰ ਦੇ ਵਿੱਚ ਟੋਕੀਓ ਦੇ ਉੱਪਰ ਇਹਨਾਂ ਨੇ ਬੰਬ ਸੁੱਟੇ ਸੀ, ਉਸ ਟਾਈਮ ਤੇ ਇੱਕ 에ਅਰਕ੍ਰਾਫਟ ਯੂਜ਼ ਕੀਤਾ ਸੀ ਜਿਹਦਾ ਨਾਂ ਸੀ B-2, ਉਹਦੇ ਤੋਂ ਹੀ ਇਹਦਾ ਨਾਂ ਰੱਖਿਆ B-21। ਤੇ ਉਹਦੇ ਨਾਲੋਂ ਕੁਛ ਇਹਦੇ 'ਚ ਨਵੀਆਂ ਟੈਕਨੋਲੋਜੀਜ਼ ਲਿਆਂਦੀਆਂ ਗਈਆਂ ਨੇ। ਉਹ ਓਬਵੀਅਸ ਆ ਕਿ ਇੰਨੇ ਟਾਈਮ ਬਾਅਦ ਬਣਿਆ ਤਾਂ ਉਹਦੇ 'ਚ ਮਾਡਰਨ ਟੈਕਨੋਲੋਜੀਜ਼ ਤਾਂ ਹੋਣਗੀਆਂ ਹੀ ਹੋਣਗੀਆਂ। ਸਾਡੇ ਲਈ ਬਸ ਇਹ ਇੰਪੋਰਟੈਂਟ ਹੈ ਕਿ B-21 ਹੈ ਕੀ ਤੇ ਕਿਹੜੀ ਕੰਟਰੀ ਦਾ ਇਹ। B-21 ਹੈ ਜੀ US ਦਾ ਸਟੈਲਥ ਨਿਊਕਲੀਅਰ ਬੰਬਰ ਹੈ, ਇੱਕ 에ਅਰਕ੍ਰਾਫਟ ਹੈ ਇੱਕ, ਠੀਕ ਹੈ ਜੀ। ਨੈਕਸਟ ਟੌਪਿਕ ਸਾਡੇ ਕੋਲ ਆ ਗਿਆ ਫੂਡ ਫੋਰਟੀਫਿਕੇਸ਼ਨ, ਵੈਰੀ ਇੰਪੋਰਟੈਂਟ। ਫੂਡ ਫੋਰਟੀਫਿਕੇਸ਼ਨ ਹੁੰਦਾ ਕੀ ਆ, ਕਿਉਂ ਕਰਦੇ ਆ, ਕਿਉਂ ਸਾਨੂੰ ਜ਼ਰੂਰਤ ਆ, ਕੀ ਉਹਦੇ ਫਾਇਦੇ ਨੇ, ਕੀ ਉਹਦੇ ਨਾਲ ਐਸੋਸੀਏਟਡ ਇਸ਼ੂਜ਼ ਨੇ, ਸਾਡੇ ਲਈ ਚੁਣੌਤੀਆਂ ਕੀ ਨੇ, ਉਹ ਸਭ ਦੇਖਾਂਗੇ ਆਪਾਂ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਫੂਡ ਫੋਰਟੀਫਿਕੇਸ਼ਨ ਦੀ। ਤਾਂ ਫੂਡ ਫੋਰਟੀਫਿਕੇਸ਼ਨ ਹੁੰਦੀ ਹੈ ਕਿ ਆਪਾਂ ਡੈਲੀਬਰੇਟਲੀ ਜੋ ਸਾਡੇ ਫੂਡ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਕੁਝ ਇੰਪੋਰਟੈਂਟ ਮਿਨਰਲਸ ਨੇ, ਕੁਝ ਮਾਈਕਰੋ ਨਿਊਟਰੀਐਂਟਸ ਨੇ, ਜਿੱਦਾਂ ਮਿਨਰਲਸ ਤੇ ਵਾਈਟਾਮਿਨਸ ਹੋ ਗਏ, ਉਹਨਾਂ ਦੀ ਜੋ ਕਹਿ ਲਓ ਉਹਨਾਂ ਦਾ ਇੱਕ ਲੈਵਲ ਆ ਨਾ, ਉਹਨੂੰ ਵਧਾਉਣੇ ਆ ਆਪਾਂ ਫੂਡ ਦੇ ਵਿੱਚ, ਉਹਨਾਂ ਦੀ ਕਹਿ ਲਓ ਪ੍ਰੈਜ਼ੈਂਸ ਨੂੰ, ਉਹਨਾਂ ਦੀ ਕੰਪੋਜੀਸ਼ਨ ਨੂੰ ਵਧਾਉਣੇ ਆ ਤਾਂ ਕਿ ਸਾਨੂੰ ਕੁਝ ਐਡਿਡ ਬੈਨੀਫਿਟਸ ਮਿਲ ਸਕਣ, ਨਿਊਟ੍ਰੀਸ਼ਨ ਵਧੀਆ ਮਿਲ ਸਕੇ, ਠੀਕ ਹੈ ਜੀ। ਉਹ ਹੁੰਦੀ ਆ ਫੂਡ ਫੋਰਟੀਫਿਕੇਸ਼ਨ। ਅਕੋਰਡਿੰਗ ਟੂ FSSAI, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ,
ਇਹਦੇ ਬਾਰੇ ਆਪਾਂ ਥੋੜੇ ਦਿਨ ਪਹਿਲਾਂ ਡਿਸਕਸ ਕੀਤਾ ਸੀ। ਤੁਸੀਂ ਦੱਸੋ ਕਿ ਜਿਹੜੀ ਫੂਡ ਸੇਫਟੀ ਐਂਡ ਸਿਕਿਉਰਿਟੀ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਗਈ, ਕੀ ਇਹ ਸਟੈਚੂਟਰੀ ਬੋਡੀ ਆ ਕਿ ਨਾਨ ਸਟੈਚੂਟਰੀ ਬੋਡੀ ਆ? ਇਹਦਾ ਆਨਸਰ ਕਰੋ। ਪਲੱਸ ਸੈਕੰਡ ਤੁਸੀਂ ਇਹ ਦੱਸੋ ਕਿ ਕਿਹੜੀ ਮਿਨਿਸਟਰੀ ਦੇ ਅੰਡਰ ਇਹ ਬੋਡੀ ਕੰਮ ਕਰਦੀ ਆ, ਬਿਕੋਜ਼ ਥੋੜੇ ਦਿਨ ਪਹਿਲਾਂ ਹੀ ਆਪਾਂ ਇਹਦੇ ਬਾਰੇ ਡਿਟੇਲ 'ਚ ਪੜ੍ਹਿਆ ਸੀ। ਤੁਹਾਡੇ ਲਈ ਕੁਐਸਚਨ ਇਹ ਹੈ ਕਿ FSSAI ਇਜ਼ ਅ ਸਟੈਚੂਟਰੀ ਬੋਡੀ ਔਰ ਇਟ ਇਜ਼ ਅ ਨਾਨ ਸਟੈਚੂਟਰੀ ਦੱਸਣਾ ਤੁਸੀਂ। ਪਲੱਸ ਦੂਜਾ ਇਹ ਦੱਸੋ ਵੀ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਆ, ਠੀਕ ਹੈ ਜੀ। According to FSSAI, food fortification is an act of deliberately increasing the content of essential micronutrients, ਜਿਵੇਂ ਆਪਣੇ ਕੋਲੇ ਮਿਨਰਲਸ ਹੋ ਗਏ, ਕੁਝ ਵਿਟਾਮਿਨਸ ਹੋ ਗਏ, in food so as to improve the nutritional quality of food। ਬਸ ਇਹੀ ਹੁੰਦੀ ਆ ਫੂਡ ਫੋਰਟੀਫਿਕੇਸ਼ਨ। ਤੇ ਹੁਣ ਕਿਹੜੇ ਕਿਹੜੇ ਆਪਣੇ ਕੋਲੇ ਆਪਾਂ ਕਹਿ ਲਈਏ ਮਿਨਰਲਸ ਨੇ ਜਾਂ ਕਿਹੜੇ ਵਿਟਾਮਿਨਸ ਨੇ, ਆਪਾਂ ਕਿਹੜੇ ਫੂਡਸ ਦੇ ਵਿੱਚ ਉਹਨਾਂ ਨੂੰ ਕਰ ਸਕਦੇ ਆ ਐਡ। ਜਿਵੇਂ ਉਹਨਾਂ ਜੋ ਪਿਕਚਰ ਹੈ ਇਹਦੇ ਵਿੱਚ ਪਤਾ ਲੱਗ ਰਿਹਾ ਸਾਨੂੰ ਆਇਰਨ ਐਂਡ ਆਇਓਡੀਨ, ਇਹ ਆਪਾਂ ਸਾਲਟ ਦੇ ਵਿੱਚ ਐਡ ਕਰਦੇ ਹਾਂ, ਠੀਕ ਹੈ ਜੀ। ਦੈਨ ਆਇਰਨ, ਫੋਲਿਕ ਐਸਿਡ, ਵਿਟਾਮਿਨ B12 ਆਪਾਂ ਵੀਟ ਦੇ ਵਿੱਚ ਐਡ ਕਰ ਸਕਦੇ ਹਾਂ। ਆਇਰਨ, ਫੋਲਿਕ ਐਸਿਡ ਤੇ B12 ਆਪਾਂ ਰਾਈਸ 'ਚ ਐਡ ਕਰ ਸਕਦੇ ਹਾਂ। ਦੈਨ ਵਿਟਾਮਿਨ A, ਵਿਟਾਮਿਨ D ਆਇਲ 'ਚ ਐਡ ਕਰ ਸਕਦੇ ਹਾਂ। ਵਿਟਾਮਿਨ A, ਵਿਟਾਮਿਨ D ਮਿਲਕ ਦੇ ਵਿੱਚ ਐਡ ਕਰ ਸਕਦੇ ਹਾਂ, ਠੀਕ ਹੈ ਜੀ। ਤੇ ਆ ਜੋ F+ ਹੈ ਨਾ, ਧਿਆਨ ਰੱਖਿਓ, ਵੈਰੀ ਇੰਪੋਰਟੈਂਟ। ਜਿਹੜੇ ਪ੍ਰੋਡਕਟ ਦੇ ਉੱਪਰ ਇਹ ਸਾਈਨ ਬਣਿਆ ਹੋ ਉਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਪ੍ਰੋਡਕਟ ਹੈ ਉਹ ਫੂਡ ਫੋਰਟੀਫਾਈਡ ਹੈ, ਉਹਦੀ ਫੋਰਟੀਫਿਕੇਸ਼ਨ ਕੀਤੀ ਹੋਈ ਆ, ਠੀਕ ਹੈ ਜੀ। ਫੋਰਟੀਫਾਈਡ, ਸੰਪੂਰਨਾ ਪੋਸ਼ਣ ਸਵਸਥ ਜੀਵਨ। ਚਲੋ ਠੀਕ ਹੈ, ਇਹਨੂੰ ਛੱਡੋ। ਆ ਜੋ ਲੋਗੋ ਆ ਨਾ ਸਾਡੇ ਲਈ ਇਹ ਇੰਪੋਰਟੈਂਟ ਆ। ਇੱਦਾਂ ਦੇ ਲੋਕ ਇਹ ਵੀ ਪੁੱਛੇ ਜਾਂਦੇ ਨੇ ਕਈ ਵਾਰੀ PCS ਦੇ ਵਿੱਚ ਵੀ ਕਿ F+ ਦਾ ਮਤਲਬ ਕੀ ਹੈ। ਜੇ ਕਿਸੇ ਪ੍ਰੋਡਕਟ ਦੇ ਉੱਪਰ ਸਾਨੂੰ F+ ਦਾ ਸਾਈਨ ਮਿਲਦਾ, ਦੈਟ ਮੀਨਸ ਉਸ ਪ੍ਰੋਡਕਟ ਦੀ ਫੂਡ ਫੋਰਟੀਫਿਕੇਸ਼ਨ ਹੋਈ ਵੀ ਆ, ਠੀਕ ਹੈ ਜੀ। ਤੇ ਵਿਟਾਮਿਨ A ਆਪਾਂ ਨੂੰ ਕੀ ਪ੍ਰੋਵਾਈਡ ਕਰਦਾ? ਪ੍ਰੀਵੈਂਟਸ ਨਾਈਟ ਬਲਾਈਂਡਨੈਸ। ਕੀ ਇੰਪੋਰਟੈਂਸ ਆ ਨਾ ਸਾਨੂੰ ਇਹਦੀ। ਵਿਟਾਮਿਨ D ਸਪੋਰਟਸ ਸਟਰੋਂਗ ਬੋਨਸ। ਆਇਓਡੀਨ ਨਾਰਮਲ ਗਰੋਥ ਲਈ। ਆਇਰਨ ਪ੍ਰੀਵੈਂਟਸ ਐਨੀਮੀਆ। ਫੋਲਿਕ ਐਸਿਡ ਫॉर ਫੀਟਲ ਡਿਵੈਲਪਮੈਂਟ। B12 ਇਜ਼ ਗੁੱਡ ਫॉर ਨਰਵਸ ਸਿਸਟਮ, ਠੀਕ ਹੈ ਜੀ। ਇਹਨਾਂ ਦੇ ਬੈਨੀਫਿਟਸ ਨੇ। ਕਿਉਂਕਿ ਸਾਡੀਆਂ ਜਿਹੜੀਆਂ ਕ੍ਰੌਪਸ ਨੇ, ਕਿਉਂਕਿ ਪਹਿਲੀ ਗੱਲ ਤਾਂ ਅੱਜ ਕੱਲ੍ਹ ਆਪਾਂ ਜੋ ਸਾਡੇ ਨਿਊਟਰੀ ਸੀਰੀਅਲਸ ਨੇ ਨਾ, ਜਿਹੜੇ ਪਹਿਲਾਂ ਆਪਾਂ ਟ੍ਰੈਡੀਸ਼ਨਲੀ ਕਲਟੀਵੇਟ ਕਰਦੇ ਸੀ, ਉਹਨਾਂ ਨੂੰ ਅੱਜ ਕੱਲ੍ਹ ਆਪਾਂ ਰਿਪਲੇਸ ਕਰਤਾ ਮੇਨਲੀ ਵੀਟ ਐਂਡ ਰਾਈਸ ਦੇ ਨਾਲ। ਤੇ ਜਿਹੜੀਆਂ ਸਾਡੀਆਂ ਵੀਟ ਤੇ ਰਾਈਸ ਨੇ, ਇਹ ਕ੍ਰੌਪਸ ਜਿਵੇਂ ਕਹ ਲਓ ਜੇ ਮਿਨਰਲਸ ਪੁਆਇੰਟ ਆਫ ਵਿਊ ਤੋਂ ਦੇਖੀਏ ਜਾਂ ਵਿਟਾਮਿਨਸ ਪੁਆਇੰਟ ਆਫ ਵਿਊ ਤੋਂ ਦੇਖੀਏ, ਉਨੀਆਂ ਜ਼ਿਆਦਾ ਨਿਊਟ੍ਰੀਸ਼ੀਅਸ ਨਹੀਂ ਹੈਗੀਆਂ ਜਿੰਨੇ ਸਾਡੇ ਕੋਰਸ ਗ੍ਰੇਨਸ ਹੁੰਦੇ ਸੀ ਪਹਿਲਾਂ ਹੁੰਦੇ, ਜਿਵੇਂ ਬਾਜਰਾ ਯੂਜ਼ ਕਰਦੇ ਸੀ ਹੈ ਨਾ, ਜਾਂ ਰਾਗੀ ਸੀ। ਉਹ ਚੀਜ਼ਾਂ ਸੀ ਜਿਹੜੀਆਂ ਉਹ ਅੱਜ ਕੱਲ੍ਹ ਘੱਟ ਯੂਜ਼ ਕਰਦੇ ਹਾਂ ਆਪਾਂ, ਉਹਨਾਂ ਦੀ ਕਲਟੀਵੇਸ਼ਨ ਨਹੀਂ ਕਰਦੇ। ਬਟ ਉਹ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਤੋਂ ਇਹਨਾਂ ਕੰਪੈਰੇਟਿਵ ਟੂ ਵੀਟ ਐਂਡ ਰਾਈਸ ਉਹ ਜ਼ਿਆਦਾ ਇੰਪੋਰਟੈਂਟ ਸੀ, ਜ਼ਿਆਦਾ ਨਿਊਟ੍ਰੀਸ਼ੀਅਸ ਸੀ। ਦੈਟਸ ਵਾਈ ਵੀ ਨੀਡ ਫੂਡ ਫੋਰਟੀਫਿਕੇਸ਼ਨ, ਠੀਕ ਹੈ ਜੀ। ਵਾਈ ਇਜ਼ ਇਟ ਰਿਕੁਆਇਰਡ, ਸਾਨੂੰ ਕਿਉਂ ਚਾਹੀਦੀ ਹੈ ਜੀ ਇਹ? ਹਾਂਜੀ ਹਾਂਜੀ, ਵੈਰੀ ਗੁੱਡ ਜੀ, ਵੈਰੀ ਗੁੱਡ। ਬਹੁਤ ਬੱਚਿਆਂ ਨੇ ਆਨਸਰ ਕੀਤਾ। ਮਿਨਿਸਟਰੀ ਆਫ ਹੈਲਥ ਫੈਮਿਲੀ ਵੈਲਫੇਅਰ, ਠੀਕ ਹੈ ਜੀ। ਤੇ ਇਹ ਸਟੈਚੂਟਰੀ ਬੋਡੀ ਆ ਡੈਫੀਨੇਟਲੀ, ਠੀਕ ਹੈ ਜੀ। ਇਹ ਫੂਡ ਸੇਫਟੀ ਐਕਟ ਦੇ ਅੰਡਰ ਇਹ ਬੋਡੀ ਬਣਾਈ ਗਈ ਆ। ਬਹੁਤ ਵਧੀਆ ਤੁਸੀਂ ਆਨਸਰ ਕਰ ਰਹੇ ਹੋ, ਠੀਕ ਹੈ ਜੀ। ਇਹਦੀ ਸਾਨੂੰ ਜ਼ਰੂਰਤ ਕੀ ਹੈ, ਇਹਦੇ ਨਾਲ ਕੀ ਸਾਨੂੰ ਬੈਨੀਫਿਟਸ ਹੋਣਗੇ? ਪਹਿਲਾਂ ਟੂ ਐਡਰੈਸ ਦਾ ਪ੍ਰੋਬਲਮ ਆਫ ਮਾਲ ਨਿਊਟ੍ਰੀਸ਼ਨ ਐਂਡ ਹਿਡਨ ਹੰਗਰ। ਸਾਨੂੰ ਪਤਾ, ਅਸੀਂ ਥੋੜੇ ਦਿਨ ਪਹਿਲਾਂ ਗਲੋਬਲ ਹੰਗਰ ਇੰਡੈਕਸ ਪੜ੍ਹਿਆ ਸੀ, ਉਹਦੇ ਅੰਡਰ ਦੇਖਿਆ ਸੀ ਵੀ ਇੰਡੀਆ 'ਚ ਮਾਲ ਨਿਊਟ੍ਰੀਸ਼ਨ ਕਿੰਨੀ ਆ। ਸੋ ਉਸ ਚੀਜ਼ ਨੂੰ ਐਡਰੈਸ ਕਰਨ ਦੇ ਲਈ ਇਹ ਰੈਲੇਵੈਂਟ ਆ। ਪਲੱਸ ਹਿਡਨ ਹੰਗਰ, ਹਿਡਨ ਹੰਗਰ ਹੁੰਦੀ ਹੈ, ਇੱਕ ਹੁੰਦੀ ਹੈ ਹੰਗਰ। ਹੰਗਰ ਦਾ ਮਤਲਬ ਹੋਗਾ ਕਿ ਜਿੰਨੀ ਰਿਕੁਆਇਰਡ ਫੂਡ ਆ ਨਾ, ਉਨਾ ਫੂਡ ਨਹੀਂ ਮਿਲ ਰਿਹਾ, ਉਹ ਮਤਲਬ ਹੈ ਹੰਗਰ। ਹਿਡਨ ਹੰਗਰ ਦਾ ਮਤਲਬ ਹੁੰਦਾ ਕਿ ਫੂਡ ਤਾਂ ਮਿਲ ਰਿਹਾ, ਫੂਡ ਉਹ ਖਾ ਰਿਹਾ ਬੰਦਾ, ਬਟ ਉਹਨੂੰ ਜਿਹੜੇ ਨਿਊਟ੍ਰੀਐਂਟਸ ਚਾਹੀਦੇ ਨੇ, ਜਿਹੜੇ ਉਹਦੇ ਗਰੋਥ ਲਈ ਵਾਈਟਲ ਨੇ, ਉਹ ਨਹੀਂ ਮਿਲ ਰਹੇ। ਫੂਡ ਤਾਂ ਲੈ ਰਿਹਾ, ਬਟ ਫੂਡ ਦੇ ਵਿੱਚ ਜਿਹੜੇ ਇੰਪੋਰਟੈਂਟ ਨਿਊਟ੍ਰੀਐਂਟਸ ਨੇ, ਮਿਨਰਲਸ ਨੇ, ਵਿਟਾਮਿਨਸ ਨੇ, ਉਹ ਉਸ ਫੂਡ ਦੇ ਵਿੱਚ ਨਹੀਂ ਹੈਗੇ। ਦੈਟ ਮੀਨਸ ਹਿਡਨ ਹੰਗਰ, ਠੀਕ ਹੈ ਜੀ। ਉਸ ਚੀਜ਼ ਨੂੰ ਐਡਰੈਸ ਕਰਨ ਦੇ ਲਈ ਜ਼ਰੂਰੀ ਹੈ ਇਹ। ਦੈਨ ਟੂ ਇੰਪਰੂਵ ਇੰਡੀਆਜ਼ ਰੈਂਕਿੰਗ ਇਨ ਗਲੋਬਲ ਹੰਗਰ ਇੰਡੈਕਸ, ਬਹੁਤ ਪੂਅਰ ਰੈਂਕ ਆ ਸਾਡਾ, 121 ਚੋਂ 107ਵੇਂ ਨੰਬਰ ਤੇ ਆ, ਤਾਂ ਉਹ ਰੈਂਕ ਨੂੰ ਵੀ ਇੰਪਰੂਵ ਕਰੂ ਇਹ। ਦੈਨ ਟੂ ਹੈਲਪ ਅਚੀਵਿੰਗ ਸਸਟੇਨੇਬਲ ਡਿਵੈਲਪਮੈਂਟ ਗੋਲ 2, ਵੈਰੀ ਇੰਪੋਰਟੈਂਟ। ਜਿਹੜਾ ਸਾਡਾ SDG 2 ਆ ਨਾ, ਸਸਟੇਨੇਬਲ ਡਿਵੈਲਪਮੈਂਟ ਗੋਲ 2, ਉਹ ਕਹਿੰਦਾ ਜ਼ੀਰੋ ਹੰਗਰ। ਕੀ ਕਹਿੰਦਾ ਜੀ SDG 2 ਆ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲ 2 ਆ, ਦੈਟ ਇਜ਼ ਜ਼ੀਰੋ ਹੰਗਰ। ਤੇ ਜਿਹੜੇ SDGs ਨੇ ਨਾ, ਇਹ ਆਪਾਂ 2030 ਤੱਕ ਅਚੀਵ ਕਰਨੇ ਨੇ। ਇਹਨਾਂ ਦਾ ਟਾਰਗੇਟ ਹੈ ਵੀ 2030 ਤੱਕ ਆਪਾਂ ਜ਼ੀਰੋ ਹੰਗਰ ਅਚੀਵ ਕਰਨੀ ਆ ਗਲੋਬਲ ਲੈਵਲ ਤੇ। ਤੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਫੂਡ ਫੋਰਟੀਫਿਕੇਸ਼ਨ ਉਸ ਚੀਜ਼ ਨੂੰ ਅਚੀਵ ਕਰਨ ਦੇ ਵਿੱਚ ਜ਼ਰੂਰ ਹੈਲਪ ਕਰੂਗਾ।
ठीक है जी। तो नैक्सट साडा आ गया ये रिलेटेड इशूज़ की ने। रिलेटेड इशूज़ मतलब है भी जो आप ज़्यादा न्यूट्रीएंट्स वो पा देंगे वो हाइपर विटामिनोसिस हो सकती है, ज़्यादा विटामिनस साढ़े फूड के अंदर फूड के थ्रू साढ़े अंदर जा सकते हैं, प्लस टॉक्सिसिटी हो सकती है। जिमें आप कह लीए भी जी ज़्यादा आयरन फोर्टिफिकेशन कर दी है किसी प्रोडक्ट की, वो गट इन्फ्लामेशन हो सकती है, प्लस कार्टिलाइजेशन। कुछ इंडस्ट्रीज़ ने जिहड़ियां फोर्टिफाइड फूड प्रोवाइड कर रही ने उन्होंने कार्टिलाइजेशन हो सकती है, ग्रुप्स बना सकते हैं वो, तो कंज्यूमर्स ਨੂੰ एक्सप्लॉयट कर सकते हैं। ठीक है जी, ये कुछ इशूज़ ने बट ये एड्रैस हो सकते हैं, बहुत ज़्यादा कोई जिमें इदा के इशू नहीं जिन्होंने गवर्नमेंट एड्रैस नहीं कर सकती। ठीक है जी, एड्रैसेबल ने ये सब चीज़ां आप पढ़ ही लईआं। फॉलिक एसिड की की बेनीफिट्स ने, आयरन के की बेनीफिट्स ने, विटामिन B12 के की बेनीफिट्स ने सानू। आ अपने को लोगो मैं जो तुहानू दस्सिया सी फूड फोर्टिफाइड जो कोई प्रोडक्ट आ तो वो ये लोगो लग्या होगा। ठीक है जी। देन साडा जो नैक्सट टॉपिक है दैट इज क्लाइमेट इन्वेस्टमेंट अपॉर्चुनिटीज इन इंडियाज कूलिंग सैक्टर। की है जी क्लाइमेट इन्वेस्टमेंट अपॉर्चुनिटीज इन इंडियाज कूलिंग सैक्टर। ये क्यों न्यूज़ दे विच आ, ये है की चीज़ है वो पढ़ांगे आपां सारा। रिसेंटली ना वर्ल्ड बैंक ने एक रिपोर्ट लॉन्च की है, रिपोर्ट का नाम है क्लाइमेट इन्वेस्टमेंट अपॉर्चुनिटीज इन इंडियाज कूलिंग सैक्टर। इस रिपोर्ट दीयां फाइंडिंग्स की ने आपां उन्हां बारे पढ़ांगे, तो कूलिंग प्लान है कोई जां कूलिंग सैक्टर दे विच किद्दां इन्वेस्टमेंट की जा सकती है, वाई वी नीड इन्वेस्टमेंट इन कूलिंग सैक्टर वो भी पढ़ांगे आपां। वाई न्यूज़ पहला जिवें तुहानूं दस्सिया भी रिपोर्ट लॉन्च की है, किहने लॉन्च की है, इंपॉर्टेंट है जी, तुहाडे नूं पुछया जा सकदा पेपर दे विच बाय वर्ल्ड बैंक। ठीक है जी। बट द रिपोर्ट सेज, रिपोर्ट की कहती है जी, कहते एनुअली मोर दैन 160 to 200 मिलियन पीपल कुड बी एक्सपोज्ड टू लीथल हीट वेव्स इन इंडिया। हीट वेव्स होंगे ने जो नॉर्मल टैंपरेचर तो ज़्यादा टैंपरेचर कह लो भी हो जाता ना, जिवें आप जो एवरेज टैंपरेचर है किसी भी टाइम पीरीयड का वो तो ज़्यादा जो कुछ पीरीयड के लिए टैंपरेचर रहिंदा गा, तो उदों जिहड़ियां विंड्स चलदियां ने, जिहड़ियां वेव्स चलदियां उन्होंने कहने हीट वेव्स, तो उन्होंने साडी हैल्थ के उपर बहुत ज़्यादा इफैक्ट पैंदा, पर्टिकुलरली उन्होंने जिहड़े आउटफील्ड्स दे विच जां कह लो ओपन डोर्स दे विच काम करते हैं। ठीक है जी। तो रिपोर्ट के अकॉर्डिंग 160 तो 200 मिलियन पीपल ने जिहड़े एनुअली एक्सपोज्ड ने टू लीथल हीट वेव्स। ये फूड लॉस, क्योंकि जो टैंपरेचर ज़्यादा होगा तो क्रॉप्स की प्रोडक्टिविटी से भी असर पो उस चीज़ का, प्लस जॉब लॉस, क्योंकि ज़्यादा पता भी जो टैंपरेचर ज़्यादा है बाहर वैदर सूटेबल नहीं है तो साडी प्रोडक्टिविटी भी घटती है, साडी प्रोडक्टिविटी घटूगी तो जॉब लॉसिस के भी चांसिस होंगे। ये हीट वेव के नाल कुछ एसोसीएटेड इशूज़ ने जिहड़ियां वर्ल्ड बैंक ने इस रिपोर्ट के विच हाईलाइट कीतियां ने विद रिस्पैक्ट टू इंडिया इन द कॉन्टैक्सट ऑफ इंडिया। ठीक है जी। दैन जिवें उन्होंने गल की है इन्वेस्टमेंट की जां इन्वेस्टमेंट अपॉर्चुनिटीज़ की, तो अपॉर्चुनिटीज़ किहड़ियां ने, कित्थे इन्वेस्ट किया जा सकता, जो सानूं पता भी गर्मी वध रही आ तो सानूं कुछ ना कुछ इदां दीयां टैक्नोलॉजीज़ इंट्रोड्यूस करनियां पैणगियां जिहदे नाल आपां उस गर्मी नूं ना हीट वेव्स नूं फाइट कर सकीए, विदस्टैंड कर सकीए। ठीक है जी। जां कुछ कह लो जिवें एयर कंडीशनस ने उन्हां दी रिक्वायरमेंट वधूगी। ठीक है जी। सो उन्हां चीज़ां दे विच इन्वेस्टमेंट दीयां अपॉर्चुनिटीज़ ने। डिमांड फॉर कूलिंग इज़ लाइकली टू इनक्रीज मैनी फोल्ड, सानूं पता भी कूलिंग की डिमांड वधनी आ, जिमें जिमें टैंपरेचर वध रहा सानूं भी हुंदा कि असीं अंदर ही रह के काम करिए, बाहर आउटफील्ड्स दे विच ना जाइए। दस डिप्लॉइंग ऑल्टरनेटिव एंड इनोवेटिव एनर्जी एफिशिएंट टैक्नोलॉजीज़, जिहड़ियां एनर्जी एफिशिएंट टैक्नोलॉजीज़ ने उन्हां नूं डिप्लॉय करन दे विच बहुत ज़्यादा कह लो भी अपॉर्चुनिटीज़ ने, किहड़ियां कुड ओपन एन इन्वेस्टमेंट अपॉर्चुनिटी ऑफ $1.6 ट्रिलियन बाय 2040। 2040 तक $1.6 ट्रिलियन तक की इन्वेस्टमेंट हो सकती है ये। ठीक है जी। ये एक बड़ी अपॉर्चुनिटी है। तो चलो ये साडे लई उन्ना रेलेवेंट नहीं सी, मेन्स पॉइंट ऑफ व्यू तो इंपॉर्टेंट है, साडे लई इंपॉर्टेंट है और रिपोर्ट तो किहड़ी एजेंसी ने लॉन्च की है, प्लस साडे लई एक इंपॉर्टेंट चीज़ है ICAP, इंडियाज कूलिंग एक्शन प्लान। की चीज़ है ये, कदों लॉन्च किया सी, किन्ने टाइम लई आ, किहने लॉन्च किया, ये साडे लई इंपॉर्टेंट है। ठीक है जी। इट इज़ अ 20 ईयर प्लान। पहली गल का ध्यान रखियो 20 सालों का प्रोग्राम है जी। ये तुहानूं पुछया जा सकता स्टेटमेंट दे के कि जो इंडियाज कूलिंग एक्शन प्लान है 10 साल का प्लान है, नहीं जी 20 सालों का प्लान है। आउटलाइनिंग एक्शनस नीडेड टू प्रोवाइड एक्सैस टू सस्टेनेबल कूलिंग। ठीक है जी। सस्टेनेबल कूलिंग नूं एक्सैस प्रोवाइड करने दे लई ताकि लोकां नूं एक सस्टेनेबल कूलिंग असीं प्रोवाइड कर सकीए,
ਉਹਦੇ ਲਈ ਗਵਰਨਮੈਂਟ ਨੇ ਇੱਕ ਪਲਾਨ ਲਿਆਂਦਾ ਜਿਹਦਾ ਨਾਂ ਹੈ ਇੰਡੀਆਜ਼ ਕੂਲਿੰਗ ਐਕਸ਼ਨ ਪਲਾਨ। ਇਹ 20 ਸਾਲਾਂ ਦਾ ਪਲਾਨ ਆ। ਲਾਂਚ ਕਦੋਂ ਕੀਤਾ ਗਿਆ ਸੀ? ਵੈਨ ਦਾ ਪਲਾਨ ਵਾਜ਼ ਲਾਂਚਡ ਐਂਡ ਬਾਈ ਹੂਮ, ਕਿਹਨੇ ਲਾਂਚ ਕੀਤਾ, ਕਦੋਂ ਕੀਤਾ, ਇਹ ਵੀ ਸਾਡੇ ਲਈ ਇੰਪੋਰਟੈਂਟ ਹੈ ਜੀ। ਇਹ ਲਾਂਚ ਕੀਤਾ ਜੀ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ 2019 ਚ ਲਾਂਚ ਕੀਤਾ। ਠੀਕ ਹੈ ਜੀ, 2019 ਚ ਲਾਂਚ ਕੀਤਾ, 20 ਸਾਲਾਂ ਲਈ ਆ, ਤਾਂ 2039 ਤੱਕ ਇਹਨੇ ਕੰਮ ਕਰਨਾ। ਠੀਕ ਹੈ ਜੀ, ਧਿਆਨ ਰੱਖਿਓ। ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਨੇ ਲਾਂਚ ਕੀਤਾ ਤੇ 2019 ਦੇ ਵਿੱਚ ਇਹ ਲਾਂਚ ਕੀਤਾ ਗਿਆ। ਠੀਕ ਹੈ ਜੀ, ਫਿਰ ਆਪਣੇ ਕੋਲ ਆ ਗਏ ਇਹਦੇ ਟਾਰਗੇਟਸ ਕੀ ਨੇ, ਕਿਉਂਕਿ ਕੋਈ ਜੇ ਪਲਾਨ ਰੱਖਿਆ ਤਾਂ ਉਹਦੇ ਗਵਰਨਮੈਂਟ ਨੇ ਉਹਦੇ ਅੰਡਰ ਕੁਛ ਨਾ ਕੁਛ ਟਾਰਗੇਟਸ ਰੱਖੇ ਹੋਣਗੇ ਜਿਹੜੇ ਅਚੀਵ ਕਰਨੇ ਨੇ। ਟਾਰਗੇਟਸ ਨੇ ਜੀ ਆਬਜੈਕਟਿਵ ਫॉर 2037 2038 2038 ਤੱਕ ਆ। ਟਾਰਗੇਟਸ ਕੀ ਨੇ? 20 ਤੋਂ 25% ਰਿਡਕਸ਼ਨ ਆਫ ਕੂਲਿੰਗ ਡਿਮਾਂਡ ਅਕ੍ਰੋਸ ਆਲ ਸੈਕਟਰਸ। ਠੀਕ ਹੈ ਜੀ, ਕੂਲਿੰਗ ਦੀ ਡਿਮਾਂਡ ਘਟਾਈਏ। ਕਿਉਂ, ਕਿਵੇਂ ਘਟਾਵਾਂਗੇ? ਵੀ ਆਪਾਂ ਨੈਚੁਰਲ ਕੰਡੀਸ਼ਨਸ ਉੱਤੇ ਕੁਛ ਇਦਾਂ ਦੀਆਂ ਪ੍ਰੋਵਾਈਡ ਕਰੀਏ, ਪਲਾਂਟੇਸ਼ਨ ਡਰਾਈਵਸ ਨੂੰ ਪ੍ਰਮੋਟ ਕਰੀਏ, ਏਫੋਰੈਸਟੇਸ਼ਨ ਨੂੰ ਪ੍ਰਮੋਟ ਕਰੀਏ, ਤਾਂ ਕਿ ਉਹਨਾਂ ਨੂੰ ਜੋ ਆਰਟੀਫੀਸ਼ੀਅਲ ਕੂਲਿੰਗ ਆ ਉਹਦੀ ਡਿਮਾਂਡ ਘੱਟ ਹੋਵੇ। 20 ਤੋਂ 25% ਆਪਾਂ ਡਿਮਾਂਡ ਘਟਾ ਦਈਏ। ਦੈਨ ਰਿਡਕਸ਼ਨ ਆਫ ਰੈਫਰੀਜਰੈਂਟ ਡਿਮਾਂਡਸ, ਕਿਉਂਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਵੀ ਨਾ, ਏਸੀ ਨੇ ਚਾਹੇ ਰੈਫਰੀਜਰੈਂਟਸ ਨੇ, ਇਹਨਾਂ ਦੇ ਨਾਲ ਵੀ ਸਾਨੂੰ ਪਤਾ ਵੀ ਕਲਾਈਮੇਟ ਚੇਂਜ ਦੇ ਵਿੱਚ ਜੋ ਇਹਨਾਂ ਚੋਂ ਐਮਿਸ਼ਨਸ ਹੁੰਦੇ ਨੇ, ਉਹ ਗੈਸਿਸ ਨੇ ਜਿਹੜੀਆਂ ਉਹ ਕਲਾਈਮੇਟ ਚੇਂਜ ਨੂੰ ਅੱਗੇ ਇਨਕਰੀਜ਼ ਕਰਦੀਆਂ ਨੇ, ਉਹਨੂੰ ਫਰਦਰ ਇੰਟੈਂਸੀਫਾਈ ਕਰਦੀਆਂ ਨੇ। ਤਾਂ ਇਹਨਾਂ ਦੀ ਰਿਕੁਆਇਰਮੈਂਟਸ ਨੂੰ ਵੀ ਆਪਾਂ ਘਟਾਉਣਾ 25 ਤੋਂ 30% ਤੱਕ। ਦੈਨ 25 ਤੋਂ 40% ਰਿਡਕਸ਼ਨ ਆਫ ਕੂਲਿੰਗ એનર્ਜੀ ਰਿਕੁਆਇਰਮੈਂਟ। ਦੈਨ ਟ੍ਰੇਨਿੰਗ ਐਂਡ ਸਰਟੀਫਿਕੇਸ਼ਨ ਆਫ ਸਰਵਿਸਿੰਗ ਸੈਕਟਰ ਟੈਕਨੀਸ਼ੀਅਨਸ ਬਾਈ 2022-23, ਜਿਹੜਾ ਹੁਣ ਸਾਡਾ ਸਾਲ ਚੱਲ ਰਿਹਾ ਨਾ ਫਾਈਨੈਂਸ਼ੀਅਲ ਈਅਰ 22 ਤੇ ਇਸ ਸਾਲ ਤੱਕ 1 ਲੱਖ ਜੋ ਟੈਕਨੀਸ਼ੀਅਨਸ ਨੇ ਉਹਨਾਂ ਨੂੰ ਆਪਾਂ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ ਜਿਹੜੇ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਠੀਕ ਹੈ ਜੀ, ਸੋ ਇਹ ਸੀ ਸਾਡਾ ਕੂਲਿੰਗ ਐਕਸ਼ਨ ਪਲਾਨ। ਟਾਰਗੇਟਸ ਤੁਹਾਨੂੰ ਥੋੜੇ ਬਹੁਤ ਪਤਾ ਹੋਣੇ ਚਾਹੀਦੇ ਨੇ, ਬਸ ਇਹਨਾਂ ਧਿਆਨ ਰੱਖਿਓ ਵੀ ਇਹ ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ, ਕਦੋਂ ਲਾਂਚ ਕੀਤਾ ਤੇ ਕਿੰਨੇ ਟਾਈਮ ਲਈ ਆ, ਤੇ ਇੱਕ ਸਾਨੂੰ ਇਹਦਾ ਆਈਡੀਆ ਹੋਣਾ ਚਾਹੀਦਾ ਵੀ ਇਹ ਹੈ ਕਾਹਦੇ ਲਈ, ਪਲੱਸ ਉਹ ਰਿਪੋਰਟ ਕਿਹੜੀ ਬੋਡੀ ਨੇ ਲਾਂਚ ਕੀਤੀ ਸੀ। ਠੀਕ ਹੈ ਜੀ, ਤੇ ਨੈਕਸਟ ਸਾਡੇ ਕੋਲੇ ਜੋ ਆ ਗਿਆ ਵਰਲਡ ਬੈਂਕ, ਜੋ ਸਾਡੀ ਇੱਕ ਇੰਟਰਨੈਸ਼ਨਲ ਲੈਵਲ ਦੀ ਏਜੰਸੀ ਆ, ਬਹੁਤ ਇੰਪੋਰਟੈਂਟ ਆ, ਇਹਦੇ ਬਾਰੇ ਆਪਾਂ ਪੜਾਂਗੇ ਹੁਣ। ਦ ਵਰਲਡ ਬੈਂਕ, ਇਟ ਇਜ਼ ਅ ਗਲੋਬਲ ਇੰਸਟੀਟਿਊਸ਼ਨ। ਵਰਲਡ ਬੈਂਕ ਹੈ ਕੀ ਆ? ਸਭ ਤੋਂ ਪਹਿਲਾਂ ਤਾਂ ਇਹ ਕਦੋਂ ਹੋਂਦ ਚ ਆਈ, ਕਦੋਂ ਬਣੀ ਇਹ, ਉਹਦੇ ਲਈ ਕੋਈ ਕਾਨਫਰੰਸ ਹੋਈ ਜਾਂ ਕਿਸੇ ਕੋਈ ਰੈਜ਼ੋਲੂਸ਼ਨ ਦੇ ਅੰਡਰ ਬਣੀ ਆ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਤੇ ਕੀ ਇਹ ਕਰਦੀ ਆ, ਹਨਾ, ਕਿ ਕਿਵੇਂ ਕੰਟਰੀਜ਼ ਨੂੰ ਸਪੋਰਟ ਕਰ ਰਿਹਾ, ਪਲੱਸ ਕਿਹੜੀਆਂ ਕਿਹੜੀਆਂ ਕੋਈ ਇੰਪੋਰਟੈਂਟ ਰਿਪੋਰਟਸ ਲਾਂਚ ਕਰਦਾ ਹੈ, ਉਹ ਵੀ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ। ਕੀ ਹੈ ਜੀ? ਇਹ ਗਲੋਬਲ ਇੰਸਟੀਟਿਊਸ਼ਨ ਆ ਦੈਟ ਪ੍ਰੋਵਾਈਡਸ, ਵੈਰੀ ਇੰਪੋਰਟੈਂਟ, ਇਹ ਤਿੰਨੋਂ ਚੀਜ਼ਾਂ ਤੁਹਾਨੂੰ ਪਤੀਆਂ, ਸਾਨੂੰ ਪਤਾ ਹੁੰਦਾ ਵੀ ਵਰਲਡ ਬੈਂਕ ਆ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਕਰਦੀ ਹੈ ਕੰਟਰੀਜ਼ ਨੂੰ, ਪਲੱਸ ਉਹਦੇ ਨਾਲ ਨਾਲ ਕੁਝ ਹੋਰ ਵੀ ਸਪੋਰਟਸ ਨੇ, ਕਿਹੜੀਆਂ ਕਿਹੜੀਆਂ ਨੇ, ਜਿੱਦਾਂ ਫਾਈਨੈਂਸਿੰਗ ਹੋ ਗਈ, ਪਾਲਿਸੀ ਐਡਵਾਈਸ, ਪਾਲਿਸੀ ਫਾਰਮੂਲੇਸ਼ਨ ਦੇ ਵਿੱਚ ਵੀ ਹੈਲਪ ਕਰਦੀ ਹੈ ਇਹ, ਵੀ ਸਾਨੂੰ ਕਿੱਦਾਂ ਦੀਆਂ ਪਾਲਿਸੀਜ਼ ਚਾਹੀਦੀਆਂ ਨੇ ਕਿਸੇ ਚੀਜ਼ ਨੂੰ, ਕਿਸੇ ਵੀ ਚੀਜ਼ ਦੇ ਅਗੇਂਸਟ ਜੇ ਅਸੀਂ ਪ੍ਰਿਪੇਅਰ ਕਰ ਰਹੇ ਹਾਂ ਆਪਣੇ ਆਪ ਨੂੰ, ਤਾਂ ਉਹਦੇ ਲਈ ਸਾਨੂੰ ਵਟ ਕਾਈਂਡ ਆਫ ਪਾਲਿਸੀਜ਼ ਆਰ ਰਿਕੁਆਇਰਡ, ਉਹਦੇ ਵਿੱਚ ਵੀ ਸਾਨੂੰ ਵਰਲਡ ਬੈਂਕ ਹੈਲਪ ਕਰਦਾ ਪਾਲਿਸੀ ਫਾਰਮੂਲੇਸ਼ਨ ਦੇ ਵਿੱਚ। ਦੈਨ ਟੈਕਨੀਕਲ ਅਸਿਸਟੈਂਸ, ਜੇ ਕੋਈ ਪਰਟੀਕੂਲਰ ਟੈਕਨੋਲੋਜੀ ਦੀ ਸਾਨੂੰ ਲੋੜ ਆ ਕਿਸੇ ਵੀ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਦੇ ਲਈ, ਕੋਈ ਸਸਟੇਨੇਬਲ ਪ੍ਰੋਗਰਾਮ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਜਾਂ ਕੋਈ ਵੀ ਪ੍ਰੋਗਰਾਮ ਇੰਪਲੀਮੈਂਟ ਕਰ ਰਹੇ ਹਾਂ, ਉਹਦੇ ਲਈ ਸਾਨੂੰ ਪਰਟੀਕੂਲਰ ਟੈਕਨੋਲੋਜੀ ਚਾਹੀਦੀ ਆ, ਸਾਨੂੰ ਵਰਲਡ ਬੈਂਕ ਉਹ ਟੈਕਨੀਕਲ ਅਸਿਸਟੈਂਸ ਵੀ ਪ੍ਰੋਵਾਈਡ ਕਰਦਾ। ਸਿਰਫ ਇਹਨਾਂ ਦਾ ਰੱਖੋ ਵੀ ਸਿਰਫ ਪੈਸਾ ਹੀ ਨਹੀਂ ਦਿੰਦਾ, ਪੈਸੇ ਦੇ ਨਾਲ ਨਾਲ ਟੈਕਨੀਕਲ ਅਸਿਸਟੈਂਸ ਪਲੱਸ ਪਾਲਿਸੀ ਫਾਰਮੂਲੇਸ਼ਨ ਦੇ ਵਿੱਚ ਵੀ ਹੈਲਪ ਕਰਦਾ ਜੀ। ਇਹ ਬੋਡੀ ਬਣੀ ਕਦੋਂ ਸੀ? IBRD ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਵਰਲਡ ਬੈਂਕ ਦਾ ਜੇ ਆਪਾਂ ਆਫੀਸ਼ੀਅਲ ਨਾਂ ਦੇਖੀਏ ਤਾਂ ਉਹ ਕੀ ਆ? ਉਹ ਹੈ IBRD, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਵੀ ਕਿਹਾ ਜਾਂਦਾ ਇਸ ਚੀਜ਼ ਨੂੰ, ਐਂਡ IMF, ਇੰਟਰਨੈਸ਼ਨਲ ਮੋਨਿਟਰੀ ਫੰਡ। ਇਹ ਦੋ ਬੋਡੀਜ਼ ਨੇ ਜਿਹੜੀਆਂ, ਜਿਨ੍ਹਾਂ ਨੂੰ ਆਪਾਂ ਸਿਸਟਰ ਆਰਗੇਨਾਈਜੇਸ਼ਨਸ ਕਹਿੰਦੇ ਆ ਜੀ, ਜਿਹੜੀਆਂ ਐਸਟੈਬਲਿਸ਼ ਹੋਈਆਂ ਸੀ ਅੰਡਰ ਬ੍ਰੈਟਨ ਵੁਡਸ ਕਾਨਫਰੰਸ ਆਫ 1944। ਠੀਕ ਹੈ ਜੀ, 1944 ਦੇ ਵਿੱਚ ਬ੍ਰੈਟਨ ਵੁਡਸ ਕਾਨਫਰੰਸ ਹੋਈ ਹੈ, ਜਿਹੜੀ ਕਾਨਫਰੰਸ ਕਿਹਨੇ ਕਰਵਾਈ ਹੈ? ਇਹ ਕਰਵਾਈ ਹੈ ਯੂਨਾਈਟਿਡ ਨੇਸ਼ਨ ਨੇ। ਇਹ ਗਲੋਬਲ ਮੋਨਿਟਰੀ ਤੇ ਫਾਈਨੈਂਸ ਦੇ ਰਿਲੇਟਡ ਇੱਕ ਕਾਨਫਰੰਸ ਹੋਈ ਸੀ 1944 ਦੇ ਵਿੱਚ, ਤੇ ਉਸ ਕਾਨਫਰੰਸ ਦੀ ਆਊਟਕਮ ਕੀ ਹੋਈ ਆ ਵੀ ਦੋ ਬੋਡੀਜ਼ ਬਣੀਆਂ ਨੇ, ਦੋ ਇੰਸਟੀਟਿਊਸ਼ਨ ਬਣੇ ਨੇ, ਵਨ ਇਜ਼ ਵਰਲਡ ਬੈਂਕ, ਅਨਦਰ ਵਨ ਇਜ਼ IMF, ਇੰਟਰਨੈਸ਼ਨਲ ਮੋਨਿਟਰੀ ਫੰਡ। ਤੇ ਇਹਨਾਂ ਦੋਨਾਂ ਨੂੰ ਆਪਾਂ ਬ੍ਰੈਟਨ ਵੁਡ ਟਵਿਨਸ ਵੀ ਕਹਿੰਦੇ ਆ, ਇਹ ਵੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ। IMF, ਬ੍ਰੈਟਨ ਵੁਡ ਟਵਿਨਸ, ਕਿਹੜੀਆਂ ਬੋਡੀਜ਼ ਨੇ ਜੀ? IMF ਪਲੱਸ ਵਰਲਡ ਬੈਂਕ। ਠੀਕ ਹੈ ਜੀ, ਧਿਆਨ 'ਚ ਰੱਖਿਓ ਇਹ। ਤੇ
ਫਿਰ ਆਪਣੇ ਕੋਲ ਆ ਗਿਆ IBRD ਨੂੰ ਇਨੀਸ਼ੀਅਲੀ 1944 ਜਦੋਂ ਆਪਾਂ ਕਾਨਫਰੰਸ ਹੋਈ ਆ 1944 ਦੇ ਅੰਡਰ, ਕਿਉਂਕਿ ਉਸ ਟਾਈਮ ਤੇ ਵਰਲਡ ਵਾਰ 2 ਖਤਮ ਹੋਈ ਸੀ। ਵਰਲਡ ਵਾਰ 2 ਦੇ ਨਾਲ ਬਹੁਤ ਸਾਰੇ ਨੇਸ਼ਨਸ ਨੇ ਜਿਹੜੇ ਕਹ ਲਓ ਵੀ ਡਿਸਟਰੋਏ ਡਿਵਾਸਟੇਟ ਕਰਤੇ ਸੀ, ਜਿਵੇਂ ਨਿਊਕਲੀਅਰ ਬੰਬਸ ਵੀ ਸਿੱਟੇ ਗਏ ਨੇ ਜਾਂ ਐਟਮ ਬੰਬ ਸਿੱਟੇ ਗਏ ਨੇ, ਨਿਊਕਲੀਅਰ ਨੇ ਐਟਮ ਬੰਬ ਸਿੱਟੇ ਗਏ ਨੇ, ਪਲੱਸ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ। ਉਸ ਨੁਕਸਾਨ ਨੂੰ ਰਿਕਵਰ ਕਰਨ ਦੇ ਲਈ ਨੇਸ਼ਨਸ ਨੂੰ ਰਿਕਵਰ ਕਰਨ ਦੇ ਲਈ ਉਹਨਾਂ ਨੂੰ ਅਸਿਸਟੈਂਸ ਪ੍ਰੋਵਾਈਡ ਕਰਨ ਦੇ ਲਈ ਬੋਡੀ ਬਣੀ ਸੀ। IBRD was established in 1944 to help rebuild the countries devastated by World War II। ਠੀਕ ਹੈ ਜੀ, ਇਨੀਸ਼ੀਅਲੀ ਇਸ ਕੰਮ ਲਈ ਬਣੀ ਸੀ, ਬਟ ਉਸ ਤੋਂ ਬਾਅਦ ਉਹਨੇ ਹੌਲੀ ਹੌਲੀ ਆਪਣਾ ਜਿਹੜਾ ਸਕੋਪ ਆ ਉਹਨੂੰ ਇਨਕਰੀਜ਼ ਕੀਤਾ, ਐਕਸਟੈਂਡ ਕੀਤਾ, ਤੇ ਆਪਣੇ ਅੰਡਰ ਕੁਝ ਹੋਰ ਇੰਸਟੀਟਿਊਸ਼ਨਸ ਨੂੰ ਐਡ ਕੀਤਾ। ਉਹ ਇੰਸਟੀਟਿਊਟਸ ਕਿਹੜੇ ਨੇ? ਮੇਨਲੀ 5 ਇੰਸਟੀਟਿਊਟਸ ਨੇ ਜੀ, ਡਿਵੈਲਪਮੈਂਟ ਇੰਸਟੀਟਿਊਸ਼ਨ ਨੇ, ਜਿਨ੍ਹਾਂ ਨੂੰ ਆਪਾਂ ਕਲੈਕਟਿਵਲੀ ਵਰਲਡ ਬੈਂਕ ਗਰੁੱਪ ਕਹਿੰਦੇ ਆ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੇ ਕਿ ਵਰਲਡ ਬੈਂਕ ਗਰੁੱਪ ਦੇ ਵਿੱਚ ਕਿਹੜੇ ਕਿਹੜੇ 5 ਇੰਸਟੀਟਿਊਸ਼ਨਸ ਆਉਂਦੇ ਨੇ। ਫਸਟ ਵਨ ਇਜ਼ IBRD, ਇੰਟਰਨੈਸ਼ਨਲ ਬੈਂਕ ਫॉर ਰਿਕਨਸਟਰਕਸ਼ਨ ਐਂਡ ਡਿਵੈਲਪਮੈਂਟ, ਦੈਨ IDA, ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ, then IFC, International Financial Corporation, ठीक है जी, then MIGA, Multilateral Investment and Guarantee Agency, Multilateral Investment and Guarantee Agency, then ਸਾਡੇ ਕੋਲ ਹੈ ICSID, ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਇਨਵੈਸਟਮੈਂਟ ਰਿਲੇਟਡ ਡਿਸਪਿਊਟਸ। ਇਹ 5 ਬੋਡੀਜ਼ ਨੇ, 5 ਕਹਿ ਲਓ ਇੰਸਟੀਟਿਊਸ਼ਨਸ ਨੇ ਜਿਹੜੇ ਇਕੱਠੇ ਹੋ ਕੇ ਵਰਲਡ ਬੈਂਕ ਗਰੁੱਪ ਬਣਾਉਂਦੇ ਨੇ। ਠੀਕ ਹੈ ਜੀ, IBRD ਤੁਹਾਨੂੰ ਦੱਸਤਾ ਵੀ ਰੀਕਨਸਟਰਕਸ਼ਨ ਡਿਵੈਲਪਮੈਂਟ ਲਈ ਆ। ਜਿਹੜੀ IDA, ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ, ਇਹਨੂੰ ਆਪਾਂ ਇਹਨਾਂ ਦੀ ਇੱਕ ਸੌਫਟ ਲੈਂਡਿੰਗ ਆਰਮ ਵੀ ਕਹਿੰਦੇ ਆ ਵਰਲਡ ਬੈਂਕ ਦੀ, ਕਿਉਂਕਿ ਇਹ ਜੋ ਡਿਵੈਲਪਿੰਗ ਨੇਸ਼ਨਸ ਨੇ ਜਾਂ ਆਈਲੈਂਡ ਗਰੁੱਪਸ ਨੇ ਨਾ, ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰਦਾ। ਦੈਨ IFC ਨੂੰ ਆਪਾਂ ਪ੍ਰਾਈਵੇਟ ਲੈਂਡਿੰਗ ਆਰਮ ਕਹਿੰਦੇ ਆ, ਕਿਉਂਕਿ ਜਿਹੜੀਆਂ ਪ੍ਰਾਈਵੇਟ ਏਜੰਸੀਜ਼ ਨੇ, ਕੁਝ ਪ੍ਰਾਈਵੇਟ ਬੋਡੀਜ਼ ਨੇ, ਉਹਨਾਂ ਨੂੰ ਡਿਵੈਲਪ ਕਰਨ ਦੇ ਲਈ, ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਡਿਵੈਲਪ ਕਰਨ ਦੇ ਲਈ ਇਹ ਅਸਿਸਟੈਂਸ ਪ੍ਰੋਵਾਈਡ ਕਰਦਾ। ਦੈਨ ਮਲਟੀਲੇਟਰਲ ਇਨਵੈਸਟਮੈਂਟ ਐਂਡ ਗਰੰਟੀ ਏਜੰਸੀ, ਕੋਈ ਬਾਈਲੇਟਰਲ ਜਿਵੇਂ ਕਹ ਲਓ ਇਨਵੈਸਟਮੈਂਟ ਕਰ ਰਹੇ ਆ, ਕੋਈ ਇੱਕ ਕੰਟਰੀ ਦੂਜੀ ਕੰਟਰੀ 'ਚ ਇਨਵੈਸਟ ਕਰ ਰਹੀ ਆ, ਉਸ ਚੀਜ਼ ਨੂੰ ਇੱਕ ਗਰੰਟੀ ਪ੍ਰੋਵਾਈਡ ਕਰਨ ਦੇ ਲਈ ਇਹ ਬੋਡੀ ਆ। ਦੈਨ ICSID, ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਇਨਵੈਸਟਮੈਂਟ ਰਿਲੇਟਡ ਡਿਸਪਿਊਟਸ। ਬਾਈਲੇਟਰਲ ਇਨਵੈਸਟਮੈਂਟ ਹੋ ਰਹੀ ਆ, ਉਹਦੇ 'ਚ ਕੋਈ ਡਿਸਪਿਊਟ ਅਰਾਈਜ਼ ਹੋ ਰਿਹਾ ਤਾਂ ਉਹਨਾਂ ਡਿਸਪਿਊਟਸ ਨੂੰ ਸੈਟਲ ਕਰਨ ਦੇ ਲਈ ਇੱਕ ਬੋਡੀ ਬਣੀ ਆ। ਠੀਕ ਹੈ ਜੀ, ਧਿਆਨ ਰੱਖਿਓ ਇੰਡੀਆ ICSID ਦਾ ਪਾਰਟ ਨਹੀਂ ਹੈ, ਬਾਕੀ ਸਾਰਿਆਂ ਦੇ ਪਾਰਟ ਆ, ਅਸੀਂ ICSID ਦਾ ਪਾਰਟ ਨਹੀਂ ਹੈਗੇ ਇੰਡੀਆ। ਠੀਕ ਹੈ ਜੀ, ਧਿਆਨ ਰੱਖਿਓ ਇਹ। ਟੂਗੈਦਰ ਦੀਜ਼ ਆਰ ਕਾਲਡ ਵਰਲਡ ਬੈਂਕ ਗਰੁੱਪ, ਇਹਨਾਂ 5 ਨੂੰ ਵਰਲਡ ਬੈਂਕ ਗਰੁੱਪ ਕਹਿੰਦੇ ਆ। ਤੇ ਜਿਹੜੇ ਫਸਟ 2 ਨੇ IBRD ਐਂਡ IDA ਕਨਸਟੀਟਿਊਟ ਵਰਲਡ ਬੈਂਕ। ਜਦੋਂ ਆਪਾਂ ਵਰਲਡ ਬੈਂਕ ਦੀ ਗੱਲ ਕਰਦੇ ਆ ਤਾਂ 2 ਏਜੰਸੀਜ਼ ਇਕੱਠੀਆਂ ਹੋ ਕੇ ਵਰਲਡ ਬੈਂਕ ਬਣਾਉਂਦੀਆਂ ਨੇ, ਇੱਕ ਹੈਗੀ IBRD ਪਲੱਸ IDA, ਇਹਨਾਂ ਦੋਨਾਂ ਨੂੰ ਵਰਲਡ ਬੈਂਕ ਕਹਿੰਦੇ ਆ, ਸਾਰਿਆਂ ਨੂੰ ਵਰਲਡ ਬੈਂਕ ਗਰੁੱਪ ਕਹਿੰਦੇ ਆ, ਧਿਆਨ ਰੱਖਿਓ। ਦੈਨ ਆਪਣੇ ਕੋਲ ਇਹਦਾ ਹੈੱਡਕੁਆਟਰ ਕਿੱਥੇ ਹੈ? ਜਿਹਦਾ ਹੈੱਡਕੁਆਟਰ ਹੈਗਾ ਵਾਸ਼ਿੰਗਟਨ DC US ਦੇ ਵਿੱਚ, ਤੇ ਕਰੰਟ ਪ੍ਰੈਜ਼ੀਡੈਂਟ ਕੌਣ ਹੈ ਜੀ? ਉਹ ਹੈ ਡੇਵਿਡ ਮਾਲਪਾਸ। ਦੈਨ ਮੈਂਬਰ ਨੇਸ਼ਨਸ ਕਿੰਨੇ ਨੇ? 189 ਮੈਂਬਰ ਨੇਸ਼ਨਸ ਨੇ ਇਹਦੇ। ਤੇ ਜਿਹੜਾ ਡੇਵਿਡ ਮਾਲਪਾਸ ਵਾਲਾ ਨਾ ਜੀ, ਇਹ 2020 ਦੇ ਵਿੱਚ HCS ਹਰਿਆਣਾ ਸਿਵਲ ਸਰਵਿਸਿਜ਼ ਦੇ ਵਿੱਚ ਪੁੱਛਿਆ ਗਿਆ ਸੀ ਕਿ ਵਰਲਡ ਬੈਂਕ ਦਾ ਕਰੰਟ ਪ੍ਰੈਜ਼ੀਡੈਂਟ ਕੌਣ ਹੈ। ਸੋ ਇਹ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਪੇਪਰ 'ਚ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ। ਠੀਕ ਹੈ ਜੀ, ਮੈਂਬਰ ਨੇਸ਼ਨ 189। ਫਿਰ ਆਪਣੇ ਕੋਲ ਕੁਛ ਇਹਦੀਆਂ ਇੰਪੋਰਟੈਂਟ ਰਿਪੋਰਟਸ ਨੇ, ਜਿਵੇਂ ਆਪਾਂ ਪੜ੍ਹਿਆ ਵੀ ਵਰਲਡ ਬੈਂਕ ਨੇ ਸਾਡੀ ਜੋ ਇੰਡੀਆ ਦੇ ਕੂਲਿੰਗ ਸੈਕਟਰ ਦੇ ਵਿੱਚ ਜੋ ਇਨਵੈਸਟਮੈਂਟ ਅਪੋਰਚੁਨਿਟੀਜ਼ ਨੇ, ਉਹਦੇ ਰਿਲੇਟਡ ਇੱਕ ਰਿਪੋਰਟ ਰੀਸੈਂਟਲੀ ਲਾਂਚ ਕੀਤੀ ਆ। ਉਸੇ ਤਰ੍ਹਾਂ ਇਹ ਕੁਝ ਹੋਰ ਗਲੋਬਲ ਲੈਵਲ ਦੀਆਂ ਰਿਪੋਰਟਸ ਨੇ ਜਿਹੜੀਆਂ ਲਾਂਚ ਕਰਦੀ, ਸਾਡੇ ਲਈ ਇੰਪੋਰਟੈਂਟ ਨੇ, ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਵਨ ਇਜ਼ ਈਜ਼ ਆਫ ਡੂਇੰਗ ਬਿਜ਼ਨਸ, ਸੈਕਿੰਡ ਵਨ ਇਜ਼ ਹਿਊਮਨ ਕੈਪੀਟਲ ਇੰਡੈਕਸ, ਥਰਡ ਵਨ ਇਜ਼ ਵਰਲਡ ਡਿਵੈਲਪਮੈਂਟ ਰਿਪੋਰਟ। ਠੀਕ ਹੈ ਜੀ, ਇਹਨਾਂ 'ਚੋਂ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਹੈ ਨਾ ਜੀ, ਇਹ ਸਾਲ ਪਹਿਲਾਂ ਇਹਨੂੰ ਪਬਲਿਸ਼ ਕਰਨਾ ਬੰਦ ਕਰਤਾ। ਇਸ ਤੋਂ ਪਹਿਲਾਂ ਪਬਲਿਸ਼ ਕੀਤੀ ਜਾਂਦੀ ਸੀ ਤੇ ਪੇਪਰ ਜਿਹਦੇ ਬਾਰੇ ਅਕਸਰ ਪੁੱਛਿਆ ਜਾਂਦਾ ਸੀ, ਬਟ ਹੁਣ ਇਹਨੂੰ ਪਬਲਿਸ਼ ਕਰਨਾ ਵਰਲਡ ਬੈਂਕ ਨੇ ਬੰਦ ਕਰਤਾ। ਕਿਉਂ? ਕਿਉਂਕਿ ਜਿਹੜਾ ਇਹਦਾ ਕ੍ਰਾਈਟੇਰੀਆ ਸੀ ਜਿਹਦੇ ਬੇਸਿਸ ਤੇ ਕੰਟਰੀਜ਼ ਨੂੰ ਰੈਂਕਿੰਗ ਪ੍ਰੋਵਾਈਡ ਕੀਤੀ ਜਾਂਦੀ ਸੀ, ਉਹ ਕਾਫੀ ਡਿਸਪਿਊਟਡ ਜਿਹਾ ਸੀਗਾ। ਬਹੁਤ ਕੰਟਰੀਜ਼ ਉਸ ਚੀਜ਼ ਨੂੰ ਸਹੀ ਨਹੀਂ ਸੀ ਮੰਨਦੀਆਂ, ਜਿਹਦੇ ਕਰਕੇ ਉਹਦੀ ਪਬਲਿਸ਼ਿੰਗ ਨੂੰ ਹੀ ਵਰਲਡ ਬੈਂਕ ਨੇ ਬੰਦ ਕਰਤਾ। ਤਾਂ ਹੁਣ ਜਿਹੜੀਆਂ 2 ਮੇਨ ਇੰਪੋਰਟੈਂਟ ਰਿਪੋਰਟਸ ਨੇ, ਇਹਨਾਂ ਦੇ ਬਿਨਾਂ ਹੋਰ ਰਿਪੋਰਟਸ ਵੀ ਹੈਗੀਆਂ ਨੇ, ਬਟ ਜੇ ਆਪਾਂ ਗਲੋਬਲ ਲੈਵਲ ਦੀਆਂ ਦੇਖੀਏ ਤਾਂ ਜਿਹੜੀਆਂ ਮੋਸਟ ਇੰਪੋਰਟੈਂਟ ਨੇ ਉਹ ਇਹ 2 ਨੇ, ਹਿਊਮਨ ਕੈਪੀਟਲ ਇੰਡੈਕਸ ਪਲੱਸ ਵਰਲਡ ਡਿਵੈਲਪਮੈਂਟ ਰਿਪੋਰਟ। ਇਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ, ਪੁੱਛੀਆਂ ਜਾ ਸਕਦੀਆਂ ਪੇਪਰ ਦੇ ਵਿੱਚ। ਠੀਕ ਹੈ ਜੀ,
ਤੇ ਇਹ ਸਾਡਾ ਅੱਜ ਦਾ ਜੋ ਕਰੰਟ ਅਫੇਅਰ ਦੀ ਸਾਡੀ ਕਲਾਸ ਸੀ ਉਹਦੇ ਬਾਰੇ ਸੀ ਜੀ। ਥੈਂਕ ਯੂ ਵੈਰੀ ਮਚ। ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਬਾਕੀ ਹੁਣ ਆਪਾਂ 9:05 ਤੇ ਸਾਡੀ ਜੋ ਪੰਜਾਬ ਜੀਕੇ ਦੀ ਕਲਾਸ ਆ ਉਹ ਸਟਾਰਟ ਕਰਾਂਗੇ। ਬਹੁਤ ਇੰਪੋਰਟੈਂਟ ਉਹਦੇ 'ਚ ਅੱਜ ਸਾਡੇ ਕੁਝ ਫੈਕਟਸ ਨੇ, ਕੁਝ ਟੌਪਿਕਸ ਨੇ ਜਿਹੜੇ ਸਾਡੇ ਪੇਪਰ ਲਈ ਰੈਲੇਵੈਂਟ ਨੇ, ਉਹ ਸਾਰੇ ਕਵਰ ਕਰਾਂਗੇ। ਸੋ ਜ਼ਰੂਰ ਮੇਕ ਸ਼ੋਰ ਤੁਸੀਂ ਉਹ ਵੀਡੀਓ ਨੂੰ ਵੀ ਦੇਖੋ। ਓਕੇ ਜੀ, ਥੈਂਕ ਯੂ ਵੈਰੀ ਮਚ। ਤੇ 10 ਮਿੰਟਾਂ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ ਸਟਾਰਟ ਕਰਨ ਲੱਗੇ ਹਾਂ ਜੀ।